ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਪਦ ਪੰਕਜ ਬੰਦਨ, ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜੁਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ, ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਰ, ਤਰੋ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ, ਸਿਰ ਚਰਨਨ ਪਰਤਾਰ। ਸ੍ਰੀ ਨਾਨਕ ਪਰਸ਼ੋਤਮੰ, ਪਰਮ ਪਰਾਵਰ ਨਾਥ। ਜੁਗਲ ਚਰਨ ਮਮ ਬੰਦਨਾ, ਧਰ ਪਰ ਧਰ ਕਰ ਮਾਥ। ਏਕ ਓੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਨਾਹਿਤ ਬਾਤੀ ਤੁਰਕ ਮਹਾਨੈ, ਬਿਨਾ ਲਰੇ ਮਿਟ ਗੇ ਮਨ ਜਾਣੈ। ਕਹਿ ਬਹੁ ਰਹਿਓ ਰਾਵ ਤਿਸ ਬਾਰੀ, ਪ੍ਰਭ ਕੀ ਕਹੀ ਬਾਤ ਔਰ ਧਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ
ਜੁਗੋ ਜੁਗਾ ਟਲ ਭਗਤ ਵਛਲ ਕਿਰਪਾ ਦੇ ਖਜ਼ਾਨੇ। ਸ਼ਬਦ ਗੁਰੂ ਛਤਰ ਚਾਵਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡੇ ਭਾਗ ਹਨ। ਨੌਵੇਂ ਪਾਤਸ਼ਾਹ ਧਰਮ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਤਿਗੁਰਾਂ ਦੇ ਪਾਵਨ ਚਰਨ ਛੋਹ ਪ੍ਰਾਪਤ ਅਸਥਾਨ ਵਿਖੇ ਪਿਛਲੇ ਪਹਿਰ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਸਰੀਰ ਸਵਾਸ ਆਪ ਜੀ ਸਫਲੇ ਬਣਾ ਰਹੇ ਹੋ। ਅੱਜ ਦਾ ਮਹਾਨ ਪਵਿੱਤਰ ਦਿਨ ਕਲਗੀਧਰ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਐਸੇ ਦੀਨ ਦਇਆਲ ਸਤਿਗੁਰੂ ਜਿਨ੍ਹਾਂ ਦੇ ਪ੍ਰਕਾਸ਼ ਪੁਰਬ ਸੰਗਤਾਂ ਸਰਦਾ ਭਾਵਨਾ ਸਤਿਕਾਰ ਦੇ ਨਾਲ ਮਨਾ ਰਹੀਆਂ ਹਨ। ਪਾਵਨ ਸਥਾਨ ਵਿਖੇ ਵੀ ਅੰਮ੍ਰਿਤ ਵੇਲੇ ਤੋਂ ਆਸਾ ਕੀ ਵਾਰ ਦੇ ਕੀਰਤਨ ਉਪਰੰਤ ਸ਼ਬਦ ਚੌਂਕੀ ਢਾਡੀ ਸਿੰਘਾਂ ਵੱਲੋਂ ਗੁਰ ਇਤਿਹਾਸ ਸਰਵਣ ਕਰਾਉਂਦਿਆਂ ਉਪਰੰਤ ਸ਼ਬਦ ਕੀਰਤਨ ਪਾਵਨ ਅਸਥਾਨ ਤੇ ਆਪ ਜੀ ਨੇ ਸਰਵਣ ਕੀਤੇ ਹਨ। ਆਮ ਤੌਰ ਤੇ ਸੰਸਾਰ ਦੇ ਵਿੱਚ ਮਨੁੱਖ ਦੀ ਪ੍ਰਸਿੱਧੀ ਜਿਨ੍ਹਾਂ ਦੇ ਪਿਓ ਦਾਦੇ ਨੇ ਸੰਸਾਰ ਦੇ ਵਿੱਚ ਕੋਈ ਪ੍ਰਸਿੱਧੀ ਵਾਲਾ ਕੰਮ ਕੀਤਾ ਹੋਵੇ ਉਹਨਾਂ ਦੀ ਗਾਹਾਂ ਫੁਲਵਾੜੀ ਦਾ ਬੱਚਿਆਂ ਦਾ ਨਾਮ ਜਿਹੜਾ ਹੈ ਉਹ ਰੌਸ਼ਨ ਹੋ ਜਾਂਦਾ ਹੈ, ਚਮਕ ਜਾਂਦਾ ਹੈ ਆਪਣੇ ਪਿਓ ਦਾਦੇ ਦੇ ਕਰਕੇ। ਇੱਕ ਵਿਅਕਤੀ ਉਹ ਹੁੰਦਾ ਹੈ ਜਿਹਦੇ ਪਿਓ ਦਾਦੇ ਨੇ ਕੋਈ ਐਸਾ ਪ੍ਰਸਿੱਧੀ ਵਾਲਾ ਕੰਮ ਨਹੀਂ ਕੀਤਾ ਹੁੰਦਾ, ਉਹਦੀ ਔਲਾਦ ਜਿਹੜੀ ਹੈ ਬੜੀ ਲਾਇਕ ਹੋ ਜਾਂਦੀ ਹੈ। ਔਲਾਦ ਦੇ ਕਰਕੇ ਪਿਤਾ ਦਾ ਵੀ ਉਹਦੀ ਕੁੱਲ ਦਾ ਨਾਮ ਜਿਹੜਾ ਹੈ ਉਹ ਰੌਸ਼ਨ ਹੋ ਜਾਂਦਾ ਹੈ। ਇੱਕ ਵਿਅਕਤੀ ਉਹ ਹੈ ਜਿਹਦੇ ਪਿਓ ਦਾਦੇ ਨੇ ਕੋਈ ਨਾਮਣਾ ਨਹੀਂ ਖੱਟੀ, ਨਾ ਹੀ ਬੱਚੇ ਐਸੇ ਲਾਇਕ ਹਨ, ਪਰ ਉਹਨੇ ਆਪ ਬੜੀ ਘਾਲਣਾ ਘਾਲੀ ਹੈ। ਮਿਹਨਤ ਮੁਸ਼ੱਕਤ ਦੇ ਦੁਆਰਾ ਉਹਦਾ ਆਪਣਾ ਨਾਮ ਜਿਹੜਾ ਹੈ ਸੰਸਾਰ ਤੇ ਪ੍ਰਸਿੱਧ ਹੋ ਜਾਂਦਾ ਹੈ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਐਸੀ ਸ਼ਖਸੀਅਤ ਹਨ ਜਿਨ੍ਹਾਂ ਦੀ ਕੁੱਲ ਸੋਢੀ ਸੁਲਤਾਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ, ਤਿਨਾਂ ਦੇ ਪੜਦਾਦੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਿਨ੍ਹਾਂ ਨੇ ਲਾਹੌਰ ਵਿਖੇ ਸ਼ਹਾਦਤ ਦਾ ਜਾਮ ਪੀਤਾ ਹੈ, ਤਿਨਾਂ ਦੇ ਦਾਦਾ ਤੇਗ ਦੇ ਧਨੀ ਸਤਿਗੁਰਾਂ ਦੇ ਪੜਦਾਦੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਲਮ ਦੇ ਧਨੀ, ਔਰ ਤਿਨਾਂ ਦੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਨੇ ਦੂਸਰੇ ਦੇ ਧਰਮ ਦੀ ਰੱਖਿਆ ਕਰਦਿਆਂ ਹੋਇਆਂ ਆਪਣੀ ਸ਼ਹਾਦਤ ਦੇ ਦੇਣੀ, ਔਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੇ ਸਾਹਿਬਜ਼ਾਦੇ ਧਰਮ ਯੁੱਧ ਕਰਦਿਆਂ ਜਬਰ ਅਤੇ ਜ਼ੁਲਮ ਦਾ ਟਾਕਰਾ ਕਰਦਿਆਂ ਹੋਇਆਂ ਤਿਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਸਤਿਗੁਰਾਂ ਦਾ ਸਾਰਾ ਹੀ ਪਰਿਵਾਰ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੇ ਪਵਿੱਤਰ ਜੀਵਨ ਨੂੰ ਵਿਦਵਾਨ ਜਨ ਆਪਣੀ ਕਲਮ ਦੇ ਦੁਆਰਾ ਸਤਿਗੁਰਾਂ ਦੇ ਪਵਿੱਤਰ ਜੀਵਨ ਨੂੰ ਲਿਖਦੇ ਹਨ, ਸਾਰਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦਾ ਜੀਵਨ, ਜਿਸ ਜੀਵਨ ਦੇ ਅੰਦਰ
ਸ਼ਹਾਦਤਾਂ ਦੀ ਝਲਕ ਔਰ ਜ਼ਿਆਦਾ ਜੀਵਨ ਜਿਹੜਾ ਹੈ ਇਤਿਹਾਸ ਦੇ ਖੂਨੀ ਪੰਨੇ ਜਿਹੜੇ ਹਨ ਉਹ ਜ਼ਿਆਦਾ ਇਤਿਹਾਸ ਖੂਨੀ ਪੰਨਿਆਂ ਦਾ ਲਿਖਿਆ ਹੋਇਆ ਹੈ। ਜਦੋਂ ਵੀ ਸਤਿਗੁਰਾਂ ਦੇ ਪਾਵਨ ਜੀਵਨ ਨੂੰ ਵਿਖਿਆਨ ਕੀਤਾ ਜਾਂਦਾ ਹੈ ਤਾਂ ਸ਼ਹਾਦਤਾਂ ਤੋਂ ਵਾਂਝਾ ਨਹੀਂ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦਾ ਪਵਿੱਤਰ ਇਤਿਹਾਸ। ਜਦੋਂ ਅਸੀਂ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀਆਂ ਦਾ ਭਾਵੇਂ ਅਸੀਂ ਜਨਮ ਦਿਹਾੜਾ ਮਨਾਉਂਦੇ ਹੋਈਏ, ਪਰ ਚਮਕੌਰ ਦੀ ਜੰਗ ਜਿਹੜੀ ਹੈ ਕਦੇ ਵੀ ਉਹਨਾਂ ਦੇ ਜੀਵਨ 'ਚੋਂ ਭੁਲਾਈ ਨਹੀਂ ਜਾ ਸਕਦੀ। ਧੰਨ ਬਾਬਾ ਜੁਝਾਰ ਸਿੰਘ ਸਾਹਿਬ ਜੀਆਂ ਦਾ ਪਵਿੱਤਰ ਜੀਵਨ, ਭਾਵੇਂ ਅਸੀਂ ਜਨਮ ਦਿਹਾੜੇ ਬਾਰੇ ਉਹਨਾਂ ਦੇ ਜੀਵਨ ਦੀ ਵਿਚਾਰ ਕਰਨੀ, ਪਰ ਸ਼ਹਾਦਤ ਚਮਕੌਰ ਦੀ ਜੰਗ ਜਿਹੜੀ ਹੈ ਉਹਦਾ ਜ਼ਰੂਰ ਬਿਆਨ ਹੋਏਗਾ। ਔਰ ਸਤਿਗੁਰਾਂ ਦੇ ਛੋਟੇ ਸਾਹਿਬਜ਼ਾਦੇ ਧੰਨ ਬਾਬਾ ਜ਼ੋਰਾਵਰ ਸਿੰਘ, ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ, ਤਿਨਾਂ ਦੇ ਜਨਮ ਨੂੰ ਬਿਆਨ ਕਰਦਿਆਂ ਹੋਇਆਂ ਸਰਹੰਦ ਦੀਆਂ ਦੀਵਾਰਾਂ ਦਾ ਇਤਿਹਾਸ ਜਿਹੜਾ ਹੈ ਉਹ ਵਿਖਿਆਨ ਕਰਨਾ ਪੈਂਦਾ ਹੈ। ਇੱਥੋਂ ਤੱਕ ਧੰਨ ਬਾਬਾ ਦੀਪ ਸਿੰਘ ਸਾਹਿਬ ਜੀਆਂ ਦਾ ਔਰ ਧੰਨ ਬਾਬਾ ਮਨੀ ਸਿੰਘ ਜੀ, ਸਤਿਗੁਰਾਂ ਦੇ ਪਿਆਰੇ ਸ਼ਹੀਦ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਇਆਲਾ ਜੀ, ਐਸੇ ਸਿੰਘਾਂ ਨੇ ਜੋ ਮਹਾਨ ਕੁਰਬਾਨੀਆਂ ਕੀਤੀਆਂ ਹਨ। ਜੇ ਅਸੀਂ ਜਨਮ ਦਿਨ ਉਹਨਾਂ ਦੀ ਵਿਚਾਰ ਕਰੀਏ, ਪਰ ਸ਼ਹਾਦਤ ਦਾ ਜਿਹੜਾ ਹੈ ਉਹ ਜ਼ਰੂਰ ਪ੍ਰਸੰਗ ਨਾਲ ਬਿਆਨ ਕਰਨਾ ਪੈਂਦਾ ਹੈ। ਉਹਨਾਂ ਦੀ ਸ਼ਖਸੀਅਤ ਜਿਹੜੀ ਹੈ, ਜੋ ਉਹਨਾਂ ਨੇ ਮਹਾਨ ਕੁਰਬਾਨੀ ਦਿੱਤੀ ਹੈ, ਉਸ ਕੁਰਬਾਨੀ ਨੂੰ ਉਹਨਾਂ ਦੇ ਪਵਿੱਤਰ ਜੀਵਨ ਨਾਲ, ਜਨਮ ਦਿਹਾੜੇ ਦੇ ਨਾਲ ਜਿਹੜਾ ਹੈ ਉਹ ਵਿਖਿਆਨ ਕੀਤਾ ਜਾਂਦਾ ਹੈ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦਾ ਪਵਿੱਤਰ ਜੀਵਨ, ਸਤਿਗੁਰਾਂ ਦੀ ਸ਼ਖਸੀਅਤ, ਵੱਡੇ ਵੱਡੇ ਮਹਾਨ ਵਿਦਵਾਨ ਜਿਨ੍ਹਾਂ ਨੇ ਕਹਿ ਦਿੱਤਾ ਕਿ ਸਾਡੇ ਹੱਥ ਵਿੱਚ ਭਾਵੇਂ ਕਲਮ ਹੈ ਔਰ ਕਲਮ ਜਿਹੜੀ ਹੈ ਸਾਡੀ ਲਿਖਦਿਆਂ ਨਹੀਂ ਥੱਕਦੀ, ਪਰ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੇ ਪਵਿੱਤਰ ਜੀਵਨ ਨੂੰ, ਸਤਿਗੁਰਾਂ ਦੇ ਜੀਵਨ ਇਤਿਹਾਸ ਨੂੰ, ਸਤਿਗੁਰਾਂ ਦੀ ਸ਼ਖਸੀਅਤ ਨੂੰ ਦੇਖਿਆ ਜਾਂਦਾ ਹੈ, ਉਦੋਂ ਸਾਡੇ ਕੋਲ ਸਤਿਗੁਰਾਂ ਦੀ ਮਹਿਮਾ ਦੇ, ਸਤਿਗੁਰਾਂ ਦੀ ਸਿਫਤ ਦੇ ਐਸੇ ਸ਼ਬਦ ਨਹੀਂ ਹਨ। ਹਰ ਚੰਦ ਮੇਰੇ ਹਾਥ ਮੇਂ ਪੁਰਜੋਰ ਕਲਮ ਹੈ, ਸਤਿਗੁਰ ਕੇ ਲਿਖੋਂ ਵਸਵ ਕਹਾਂ ਤਾਬੇ ਰਕਮ ਹੈ। ਸਤਿਗੁਰਾਂ ਦੇ ਪਰਥਾਏ ਮੈਂ ਕੁਝ ਸ਼ਬਦ ਲਿਖ ਸਕਾਂ, ਐਸੀ ਮੇਰੀ ਸ਼ਖਸੀਅਤ ਨਹੀਂ, ਐਸੀ ਮੇਰੀ ਬੁੱਧ ਨਹੀਂ ਹੈ। एक आँख से बुलबुला कुल वहर को देखे, साहिल को मंझधार को जा लहर को देखे। अल्लाह की सौगंध है, नानक की कसम है, जितनी भी हो तारीफ गोबिंद की वो कम है। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦਾ ਸੰਸਾਰ ਤੇ ਅਵਤਰਪ ਹੋਣਾ, ਜ਼ੁਲਮ ਦੇ ਟਾਕਰੇ ਵਾਸਤੇ, ਜ਼ੁਲਮ ਦਾ ਨਾਸ਼ ਕਰਨ ਵਾਸਤੇ, ਧਰਮ ਨੂੰ ਉਜਾਗਰ ਕਰਨ ਵਾਸਤੇ, ਧਰਮੀ ਮਨੁੱਖਾਂ ਦੀ ਉਹਨਾਂ ਦੀ ਪੱਤ ਰੱਖਣ ਵਾਸਤੇ ਔਰ ਧਰਮੀ ਮਨੁੱਖਾਂ ਦੇ ਸਿਰ ਤੇ ਹੱਥ ਰੱਖਣ ਵਾਸਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾੜਨ। ਦੁਸ਼ਟਾਂ ਦੇ ਮੂਲ ਨੂੰ, ਦੁਸ਼ਟਾਂ ਦੀਆਂ ਜੜ੍ਹਾਂ ਨੂੰ ਪੁੱਟਣ ਵਾਸਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇਸ ਧਰਤੀ ਤੇ ਅਵਤਰਪ ਹੋਏ। ਜੇ ਕਿਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇਸ ਧਰਤੀ ਤੇ ਨਾ ਆਉਂਦੇ, ਅੱਜ ਦੁਨੀਆ ਦਾ ਜਿਹੜਾ ਨਕਸ਼ਾ ਹੈ ਸ਼ਾਇਦ ਕੁਝ ਹੋਰ ਹੁੰਦਾ। ਕਵੀਰਾਜ ਕਵੀ ਸੰਤੋਖ ਸਿੰਘ ਜੀ ਜ਼ਿਕਰ ਕਰਦੇ, ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ। ਹਰ ਪਾਸੇ ਕੇਵਲ ਇੱਕੋ ਹੀ ਧਰਮ ਹੋਣਾ ਸੀ, ਇਸਲਾਮ ਧਰਮ। ਜੇ ਕਿਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਇਸ ਧਰਤੀ ਤੇ ਅਵਤਰਪ ਨਾ ਹੁੰਦੇ, ਪਾਪ ਹੀ ਪਰਪੱਕ ਜਾਤੇ, ਧਰਮ ਤਸਕ ਜਾਤੇ, ਵਰਨ ਗਰਕ ਜਾਤੇ, ਸਹਿਤ ਵਿਧਾਨ ਕੀ। ਦੇਵੀ ਦੇਵ ਦੇਹੁਰੇ ਸੰਤੋਖ ਸਿੰਘਾ ਦੂਰ ਹੋਤੇ, ਰੀਤ ਮਿਤ ਜਾਟੀ ਕਥਾ ਵੇਦਨ ਪੁਰਾਨ ਕੀ।
वेदां पुराणां दी अज जिहड़ी कथा हो रही है, इंटरनेट ते वड्डे वड्डे विद्वान पंडित जिहड़ा व्याख्यान कर रहे हन, जे किते श्री गुरु गोबिंद सिंह साहिब महाराज इस धरती ते ना आउंदे, कवि संतोख सिंह जी कहंदे ऐसी रीत जिहड़ी है मिट जानी सी वेदां पुराणां दी कथा होण दी। श्री गुरु गोबिंद सिंह परम पुरख सूर, मूर्त न होती जौपै करुणा निदान की। ऐसे परम पुरख सूरवीर महाबली योधे जे किते सतगुरां दी पवित्र मूर्त संसार ते ना आउंदी, हर पासे जिहड़ा इस्लाम धर्म जिहड़ा है केवल इक्को ही, छाए जाती एकता, हर पासे एकता इक्को ही धर्म होना सी। इत्थे तां हिंदुस्तान जिहड़ा है अनेकता दा गुलदस्ता है। हर एक जीव नूं आपो अपने धर्म अनुसार अकाल पुरख वाहिगुरु परमेश्वर दी कीर्ति करन दा अधिकार है। भावें कोई हिंदू है, भावें कोई मुसलमान है, ईसाई है, भावें सिख है, हर एक वर्ण नूं आपो अपनी रीत दे अनुसार पूजा करन दा, परमेश्वर दी भगती करन दा जिहड़ा अधिकार है। और ये अधिकार बरकरार रखण वास्ते श्री गुरु गोबिंद सिंह साहिब महाराज जी इस धरती ते आए, धर्म चलावन, संत उबारन, दुष्ट सबन को मूल उपाड़न। श्री पटना साहिब की धरती ते अज दे दिन पोह सुदी 7ਵੀं नूं अपनी स्वै जीवनी दे अंदर सतगुरु जी बयान करदे विचित्र नाटक दे विच महाराज जियां ने अपनी कलम के द्वारा दर्ज किया है। अब मैं अपनी कथा बखानो, तप साधत जेह बिद मोहियानो। हेमकुंट पर्वत है जहाँ, सप्त श्रृंग सोबत है तहाँ। सप्त श्रृंग तय नाम कहावा, पंड राज जह जोग कमावा। तय हम अधिक तपस्या साधी, महाकाल काल का आराधी। एह विद करत तपस्या भयो, दवाए ते एक रूप होए गयो। इन्नी तपस्या दुष्ट दमन जी ने उस धरती ते कीती श्री हेमकुंड साहिब विखे। और फिर सतगुरु जी अपने माता पिता का जिक्र करदियां होया, तात मात मुर अलख अराधा, बहुविध जोग साधना साधा। तिन जो करी अलख की सेवा, ताते भये प्रसन्न गुरदेवा। जिथे महाराजियां दी अपनी भगती है, उत्थे श्री गुरु गोबिंद सिंह साहिब महाराजियां दे पिता धन श्री गुरु तेग बहादुर साहिब महाराज और माता गुजर कौर जी, तिन्हां दी भगती और उस भगती नूं सबर ते सिदक दी मूर्त माता गुजर कौर जी। 3 दहाकियां दा समां बीत गया श्री गुरु तेग बहादुर साहिब महाराजियां दे विवाह नूं। 33 साल बाद श्री गुरु गोबिंद सिंह साहिब महाराजियां दा उस कुख नूं चुनना किन्ना लम्मा समां माता गुजर कौर जी दी श्री गुरु तेग बहादुर साहिब महाराजियां दी भगती और दुष्ट दमन जी ने उस हिरदे नूं चुनिया माता गुजर कौर जी। जदों अपनी सुरत चुभी हुई है अकाल पुरख वाहिगुरु परमेश्वर दे चरनां दे विच, चेतना भयो हमरो आवन कह चुभी रही, सुरत प्रभ चरणन मह। साडा चित नहीं सी करदा संसार ते आउण नूं, क्योंकि अकाल पुरख वाहिगुरु परमेश्वर दे विच ऐसी अभेदता सी सुरत दी। सुरत दी अभेदता तो बिना गुरु पिता जी का सीस अपनी झोली विच पवाउणा कहण लगे ये बड़ी औखी गल है। जदों सुरत उस वाहिगुरु परमेश्वर दे चरनां दे विच चुभी हुई है, फिर दवैते एक रूप होए गयो, एक मिकता है। फिर साहिबजादियां दीयां लाशां जिहड़ियां हन जंग दे मैदान विच पईयां और सतगुरु जी उन्हां लाशां नूं देखदियां होइयां जयकारे दी गूंज गुंजाउंदियां होइयां सतगुरु जी उत्थों जा रहे हैं और अपने छोटे साहिबजादियां दा
ਸਰਹੰਦ ਦੀਆਂ ਦੀਵਾਰਾਂ ਦੇ ਵਿੱਚ ਚਿਣੇ ਜਾਣ ਦਾ ਜਿਹੜਾ ਇਤਿਹਾਸ ਹੈ, ਉਹ ਇਤਿਹਾਸ ਨੂੰ ਸਰਵਣ ਕਰਨਾ 24 ਸੁਰਤ ਤੋਂ ਬਿਨਾ ਇਹ ਐਸਾ ਨਹੀਂ ਹੋ ਸਕਦਾ। ਔਰ ਉਸ ਧਰਤੀ ਨੂੰ, ਉਸ ਹਿਰਦੇ ਨੂੰ ਚੁਣਿਆ ਸਤਿਗੁਰਾਂ ਨੇ, ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦਾ ਪ੍ਰਕਾਸ਼ ਮਾਤਾ ਗੁਜਰ ਕੌਰ ਜੀ ਦੀ ਕੁੱਖੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦੇ ਗ੍ਰਹਿ ਵਿਖੇ ਅੱਜ ਦੇ ਦਿਨ ਪੋਹ ਸੁਦੀ 7ਵੀਂ ਨੂੰ ਸੰਨ 1666 ਈਸਵੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਅਵਤਰਪ ਹੋਏ। ਪਰ ਜਦੋਂ ਮਹਾਰਾਜ ਜੀਆਂ ਦਾ ਪ੍ਰਕਾਸ਼ ਹੋਇਆ, ਐਸਾ ਨੂਰਾਨੀ ਪ੍ਰਕਾਸ਼, ਕੁੜਾਮ ਸਾਡੇ ਨੇੜੇ ਹੀ ਹੈ। ਔਰ ਇੱਥੋਂ ਦੇ ਰਹਿਣ ਵਾਲੇ ਸੈਯਦ ਭੀਖਣ ਸ਼ਾਹ ਜੀ, ਤਿਨਾਂ ਨੇ ਐਸਾ ਆਨੰਦ ਮਹਿਸੂਸ ਕੀਤਾ ਹੈ ਕਿ ਉਹ ਪ੍ਰਕਾਸ਼ ਜਿਹੜਾ ਹੈ ਸੈਯਦ ਭੀਖਣ ਸ਼ਾਹ ਨੂੰ ਮਹਿਸੂਸ ਹੋਇਆ। ਕਿੱਥੇ ਤਾਂ ਹਰ ਰੋਜ਼ ਪੱਛਮ ਵਾਲੇ ਪਾਸੇ ਨੂੰ ਮੁੱਖ ਕਰਕੇ ਨਮਾਜ਼ ਅਦਾ ਕਰਦੇ, ਪਰ ਅੱਜ ਉਹਨਾਂ ਨੇ ਪੂਰਬ ਵਾਲੇ ਪਾਸੇ ਨੂੰ ਸਜਦਾ ਕਰ ਰਹੇ, ਅੱਜ ਉਧਰ ਨੂੰ ਮੁੱਖ ਕਰਕੇ ਨਮਾਜ਼ ਪੜ੍ਹ ਰਹੇ ਹਨ। ਇਹਨਾਂ ਦੇ ਸੇਵਕਾਂ ਨੇ ਕਿਹਾ ਕਿ ਸੈਯਦ ਜੀ, ਕੋਈ ਅਣਜਾਣ ਵਿਅਕਤੀ ਤਾਂ ਭੁੱਲ ਕਰ ਸਕਦਾ ਹੈ, ਪਰ ਆਪ ਜੀ ਏਡੀ ਵੱਡੀ ਭੁੱਲ ਕੇ ਹਰ ਰੋਜ਼ ਆਪ ਜੀ ਪੱਛਮ ਵਾਲੇ ਪਾਸੇ ਨੂੰ ਮੁੱਖ ਕਰਕੇ ਨਮਾਜ਼ ਅਦਾ ਕਰਦੇ, ਪਰ ਅੱਜ ਤੁਸੀਂ ਪੂਰਬ ਵਾਲੇ ਪਾਸੇ ਨੂੰ ਮੁੱਖ ਕੀਤਾ ਹੈ। ਕਹਿਣ ਲੱਗੇ, ਭਲਿਓ, ਹਰ ਰੋਜ਼ ਅਸੀਂ ਉਧਰਲੇ ਪਾਸੇ ਨੂੰ, ਪੱਛਮ ਵਾਲੇ ਪਾਸੇ ਪ੍ਰਕਾਸ਼, ਉਸ ਨੂਰ ਨੂੰ ਦੇਖਦੇ ਹਾਂ। ਅੱਜ ਜਿਹੜਾ ਉਹ ਨੂਰ ਹੈ, ਅੱਜ ਸਾਨੂੰ ਪੂਰਬ ਵਾਲੇ ਪਾਸੇ ਨਜ਼ਰ ਆ ਰਿਹਾ ਹੈ। ਉਹ ਜੋਤ, ਨੂਰਾਨੀ ਜੋਤ ਅੱਜ ਪੂਰਬ ਵਾਲੇ ਪਾਸੇ ਜਗ ਰਹੀ ਹੈ। ਇਸ ਕਰਕੇ ਅਸੀਂ ਇੱਧਰ ਨੂੰ ਮੁੱਖ ਕਰਕੇ ਬਾਰ-ਬਾਰ ਸਜਦਾ ਕਰ ਰਹੇ ਹਾਂ। ਕੁੜਾਮ ਤੋਂ ਚੱਲੇ, ਪੜਾਅ ਦਰ ਪੜਾਅ ਕਰਦਿਆਂ ਸ੍ਰੀ ਪਟਨਾ ਸਾਹਿਬ ਦੀ ਧਰਤੀ ਤੇ ਪਹੁੰਚੇ ਹਨ ਸੈਯਦ ਭੀਖਣ ਸ਼ਾਹ ਜੀ। ਮਾਮਾ ਕਿਰਪਾਲ ਚੰਦ ਜੀ ਨੂੰ ਬੇਨਤੀ ਕੀਤੀ ਕਿ ਅਸੀਂ ਉਸ ਨੂਰਾਨੀ ਜੋਤ ਦੇ ਦਰਸ਼ਨ ਕਰਨੇ ਹਨ। ਔਰ ਦਰਵਾਜ਼ੇ ਦੇ ਵਿੱਚ ਲਿਆ ਕਰਕੇ ਮਾਮਾ ਕਿਰਪਾਲ ਚੰਦ ਜੀ ਵਸਤਰਾਂ ਦੇ ਵਿੱਚ ਲਪੇਟ ਕੇ ਬਾਲਕ ਗੋਬਿੰਦ ਰਾਏ ਜੀ ਨੂੰ ਬਾਹਰ ਲੈ ਕਰਕੇ ਆਉਂਦੇ। ਸੈਯਦ ਭੀਖਣ ਸ਼ਾਹ ਜੀ 2 ਕੁੱਜੀਆਂ ਉਹਨਾਂ ਨੇ ਸਤਿਗੁਰਾਂ ਦੇ ਸਨਮੁਖ ਕੀਤੀਆਂ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਦੋਂ ਮੁਲਤਾਨ ਦੀ ਧਰਤੀ ਤੇ ਸਤਿਗੁਰੂ ਜੀ ਜਾਂਦੇ, ਭਾਈ ਮਰਦਾਨਾ ਜੀ ਦੀ ਬੇਨਤੀ ਸਰਵਣ ਕਰਕੇ ਕਿ ਸਤਿਗੁਰੂ ਜੀ ਮੈਨੂੰ ਮੱਕੇ ਦੇ ਦਰਸ਼ਨ ਕਰਾਓ। ਮਹਾਰਾਜ ਜੀ ਭਾਈ ਮਰਦਾਨਾ ਜੀ ਨੂੰ ਮੁਲਤਾਨ ਲੈ ਕਰਕੇ ਗਏ। ਬਹੁਤ ਸਾਰੇ ਪੀਰ ਸਿੱਧ ਪੁਰਸ਼ ਬੈਠੇ ਸਨ, ਔਰ ਉਹਨਾਂ ਪੀਰਾਂ ਨੇ ਕਿਹਾ ਵੀ ਇੱਥੇ ਤਾਂ ਪਹਿਲਾਂ ਹੀ ਬਹੁਤ ਪੀਰਾਂ ਦੇ ਨਾਲ ਮੁਲਤਾਨ ਭਰਿਆ ਹੋਇਆ ਹੈ, ਤੁਹਾਡੇ ਵਾਸਤੇ ਇੱਥੇ ਕੋਈ ਥਾਂ ਨਹੀਂ ਹੈ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਅਸੀਂ ਤੁਹਾਡੀ ਜਗ੍ਹਾ ਲੈਣ ਵਾਸਤੇ ਨਹੀਂ ਆਏ, ਅਸੀਂ ਤਾਂ ਤੁਹਾਡੇ ਹਿਰਦੇ ਜਿਹੜੇ ਈਰਖਾ ਦੇ ਭਰੇ ਹੋਏ ਉਹਨਾਂ ਦੇ ਵਿੱਚ ਅਸੀਂ ਮਿਠਾਸ ਭਰਨ ਵਾਸਤੇ ਆਏ। ਬਾਬੇ ਕੱਢ ਕਰ ਕਮਲ ਤੇ ਚਮੇਲੀ ਦੁੱਧ ਵਿੱਚ ਮਿਲਾਈ। ਔਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੇ ਸਨਮੁਖ ਜਦੋਂ ਸੈਯਦ ਭੀਖਣ ਸ਼ਾਹ ਜੀ ਸਤਿਗੁਰਾਂ ਦੇ ਦਰਬਾਰ ਵਿੱਚ ਹਾਜ਼ਰ ਹੋਏ, ਔਰ ਮਹਾਰਾਜ ਜੀਆਂ ਦੇ ਸਾਹਮਣੇ 2 ਕੁੱਜੀਆਂ ਜਦੋਂ ਰੱਖੀਆਂ, ਸਤਿਗੁਰਾਂ ਨੇ ਦੋਨਾਂ ਕੁੱਜੀਆਂ ਤੇ ਹੱਥ ਧਰ ਦਿੱਤੇ। ਸੇਵਕਾਂ ਨੇ ਪੁੱਛਿਆ ਕਿ ਕੀ ਰਾਜ ਹੈ? ਕਹਿਣ ਲੱਗੇ, ਮੈਂ ਗੁਰੂ ਸਾਹਿਬ ਜੀ ਨੂੰ ਇਹ ਸਵਾਲ ਕੀਤਾ ਹੈ ਕਿ ਆਪ ਜੀ ਇਸਲਾਮ ਧਰਮ ਦੇ ਬਾਨੀ ਰੱਖਿਅਕ ਹੋ ਜਾਂ ਹਿੰਦੂ ਧਰਮ ਦੇ ਰੱਖਿਅਕ ਹੋ? ਸਤਿਗੁਰਾਂ ਨੇ ਕਿਹਾ ਕਿ ਅਸੀਂ ਦੋਹਾਂ ਦੇ ਹੀ ਰੱਖਿਅਕ ਬਣ ਕੇ ਆਏ ਹਾਂ, ਕਿਉਂਕਿ ਅਸੀਂ ਕਿਸੇ ਦੀ ਵਿਰੋਧਤਾ ਕਰਨ ਵਾਸਤੇ ਨਹੀਂ ਆਏ, ਅਸੀਂ ਤਾਂ ਜ਼ੁਲਮ ਦਾ ਖਾਤਮਾ ਕਰਨ ਵਾਸਤੇ ਆਏ, ਜ਼ੁਲਮ ਦਾ ਨਾਸ਼ ਕਰਨ ਵਾਸਤੇ ਆਏ ਹਾਂ। ਹਿਰਦਾ ਪ੍ਰਸੰਨ ਹੋ ਗਿਆ ਸੈਯਦ ਭੀਖਣ ਸ਼ਾਹ ਜੀ ਦਾ ਦਰਸ਼ਨ ਕਰਕੇ ਵਾਪਸ ਆਏ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਰਾਜਾ ਰਾਮ ਸਿੰਘ ਦੇ ਨਾਲ ਸਤਿਗੁਰੂ ਜੀ ਅਸਾਮ ਵੱਲ ਗਏ ਹੋਏ। ਮਹਾਰਾਜ ਇਸ ਵੇਲੇ ਮੁੰਗੇਰ ਵਿਖੇ ਹਨ। ਜਦੋਂ ਗੁਰੂ ਸਾਹਿਬ ਜੀਆਂ ਨੂੰ ਇਹ ਸੁਨੇਹਾ ਪਹੁੰਚਿਆ, ਸਤਿਗੁਰੂ ਜੀ ਵਧਾਈ ਹੋਵੇ, ਆਪ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦੇ ਦਾ ਪ੍ਰਕਾਸ਼ ਹੋਇਆ। ਮਹਾਰਾਜ ਜੀਆਂ ਨੇ ਉੱਥੋਂ ਹੀ ਨਾਮ ਜਿਹੜਾ ਹੈ ਕਹਿ ਕਰਕੇ ਕਿ ਨਾਮ ਗੋਬਿੰਦ ਰਾਏ ਰੱਖਣਾ ਹੈ, ਔਰ ਇਹਨਾਂ ਨੂੰ ਕਦੇ ਝਿੜਕਣਾ ਨਹੀਂ, ਕਦੇ ਇਹਨਾਂ ਦਾ ਮੂੰਹ ਨਹੀਂ ਫਿਟਕਾਰਨਾ। ਜੇ ਕੋਈ ਸ਼ਾਹ ਜਾਂ ਕੋਈ ਨਵਾਬ ਆਉਂਦਾ ਹੈ, ਉਹਨੂੰ ਸਾਹਿਬਜ਼ਾਦੇ ਦੇ ਸਿਰਹਾਣੇ ਵੱਲ ਨਹੀਂ ਬਿਠਾਉਣਾ,
ਹੁਆਂਦੀ ਬਿਠਾਵਣਾ। ਮਹਾਰਾਜ ਜੀਆਂ ਨੇ ਹੁਕਮਨਾਮਾ ਭੇਜਿਆ। ਔਰ ਇੱਥੇ ਸਤਿਗੁਰੂ ਜੀ ਅਨੇਕਾਂ ਕੌਤਕ ਕਰਦਿਆਂ ਹੋਇਆਂ ਬਾਲ ਲੀਲਾ ਦੇ ਮਹਾਰਾਜ ਜੀਆਂ ਨੇ ਅਨੇਕਾਂ ਚੋਜ ਸ੍ਰੀ ਪਟਨਾ ਸਾਹਿਬ ਦੀ ਧਰਤੀ ਤੇ 6 ਸਾਲ ਸਤਿਗੁਰੂ ਜੀ ਇੱਥੇ ਮਨੁੱਖੀ ਜੀਵਨ ਦੇ ਅੰਦਰ ਮਹਾਰਾਜ ਜੀਆਂ ਨੇ ਅਨੇਕਾਂ ਚੋਜ ਕੀਤੇ। ਪੰਡਿਤ ਸ਼ਿਵਦੱਤ ਸ਼੍ਰੀ ਰਾਮ ਜੀ ਦਾ ਭਗਤ ਹੈ, ਪਰ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੀ ਪਵਿੱਤਰ ਮੂਰਤ ਦੇ ਦਰਸ਼ਨ ਕੀਤੇ ਹਨ, ਸਤਿਗੁਰਾਂ ਦੀ ਪਵਿੱਤਰ ਮੂਰਤ ਆਪਣੇ ਹਿਰਦੇ ਅੰਦਰ ਵਸਾ ਕਰਕੇ ਹਿਰਦਾ ਜਿਹੜਾ ਸੀ ਉਹ ਨਿਹਾਲ ਹੋ ਗਿਆ। ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਰਾਜਾ ਫਤਿਹ ਚੰਦ ਔਰ ਰਾਣੀ ਮੈਣੀ ਪੰਡਿਤ ਸ਼ਿਵਦੱਤ ਜੀ ਦੇ ਕੋਲ ਆਏ, ਕਹਿਣ ਲੱਗੇ ਕਿਰਪਾ ਕਰੋ, ਸਾਡੇ ਗ੍ਰਹਿ ਵਿਖੇ ਔਲਾਦ ਨਹੀਂ ਹੈ, ਬਾਲ ਨਹੀਂ ਹੈ। ਪੰਡਿਤ ਸ਼ਿਵਦੱਤ ਜੀ ਕਹਿਣ ਲੱਗੇ ਉਹ ਦੀਨ ਦੁਨੀਆ ਦੇ ਮਾਲਕ ਇਸ ਧਰਤੀ ਤੇ ਅਵਤਰਪ ਹੋ ਚੁੱਕੇ ਹਨ ਔਰ ਤੁਸੀਂ ਉਹਨਾਂ ਦੇ ਚਰਨਾਂ 'ਚ ਬੇਨਤੀ ਕਰੋ। ਕਹਿਣ ਲੱਗੇ ਕਿੱਥੇ ਹਨ, ਸਾਨੂੰ ਦੱਸੋ, ਅਸੀਂ ਉਹਨਾਂ ਦੇ ਪਾਸ ਜਾ ਕਰਕੇ ਬੇਨਤੀ ਕਰੀਏ। ਪੰਡਿਤ ਸ਼ਿਵਦੱਤ ਜੀ ਕਹਿਣ ਲੱਗੇ ਤੁਹਾਨੂੰ ਉੱਥੇ ਜਾਣ ਦੀ ਲੋੜ ਨਹੀਂ ਹੈ, ਘਰੇ ਬਹਿ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੂੰ ਯਾਦ ਕਰੋ। ਜਦੋਂ ਤੁਹਾਡੀ ਅਰਦਾਸ ਪ੍ਰਵਾਨ ਹੋਈ, ਸਤਿਗੁਰੂ ਜੀ ਆ ਕੇ ਆਪੇ ਤੁਹਾਨੂੰ ਦਰਸ਼ਨ ਦੇਣਗੇ। ਰਾਣੀ ਮੈਣੀ ਹਰ ਰੋਜ਼ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੂੰ ਯਾਦ ਕਰਦੀ, ਸਤਿਗੁਰੂ ਜੀ ਆਓ, ਕਿਰਪਾ ਕਰੋ, ਮੈਨੂੰ ਦੀਦਾਰ ਦਿਓ। ਭਗਤੀ ਕਰਦਿਆਂ ਕਰਦਿਆਂ ਐਸਾ ਜੀਵਨ ਬਣ ਗਿਆ ਰਾਣੀ ਮੈਣੀ ਦਾ। ਹਿਰਦੇ ਅੰਦਰ ਵੈਰਾਗ ਹੈ, ਨੇਤਰਾਂ ਦੇ ਵਿੱਚੋਂ ਨਿਤ ਜਲ ਜਿਹੜਾ ਹੈ ਉਹ ਗਿਰਦਾ ਹੈ। ਇੰਨਾ ਵੈਰਾਗ, ਇੰਨੀ ਬੇਵਲਤਾ, ਇੰਨਾ ਪਿਆਰ। ਔਰ ਜਦੋਂ ਇੰਨਾ ਵੈਰਾਗ ਹਿਰਦੇ ਅੰਦਰ ਪੈਦਾ ਹੋ ਜਾਏ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਫਿਰ ਪਿੱਛੋਂ ਦੀ ਜਾ ਕੇ ਆਵਾਜ਼ ਦਿੰਦੇ, ਮਾਂ ਮੈਂ ਆ ਗਿਆ ਹਾਂ। ਕੰਨਾਂ ਦੇ ਵਿੱਚ ਜਦੋਂ ਆਵਾਜ਼ ਪਈ, ਨੇਤਰ ਖੋਲ੍ਹੇ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੇ ਦੀਦਾਰ ਕੀਤੇ। ਸਤਿਗੁਰੂ ਜੀ ਗੋਦ ਵਿੱਚ ਬਹਿ ਗਏ। ਰਾਣੀ ਮੈਣੀ ਕਹਿਣ ਲੱਗੀ ਕਿ ਇੱਕ ਵਾਰ ਉਹੋ ਹੀ ਆਵਾਜ਼ ਜਿਹੜੀ ਹੈ ਮੇਰੇ ਕੰਨਾਂ ਨੂੰ ਫੇਰ ਸੁਣਾਓ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੇ ਫੇਰ ਕਿਹਾ, ਮਾਂ ਮੈਂ ਆ ਗਿਆ ਹਾਂ। ਉਹ ਭਾਵਨਾ ਪੂਰੀ ਕੀਤੀ। ਭਾਵੇਂ ਰਾਣੀ ਮੈਣੀ ਦੇ ਗ੍ਰਹਿ ਵਿਖੇ ਹਜੇ ਬਾਲਕ ਦੀ ਔਲਾਦ ਨਹੀਂ ਸੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੇ ਹਿਰਦਾ ਜਿਹੜਾ ਸੀ ਭਾਵਨਾ ਦੇ ਨਾਲ ਇੰਨਾ ਭਰਪੂਰ ਕਰ ਦਿੱਤਾ। ਮਹਾਰਾਜ ਜੀਆਂ ਨੇ ਉਹ ਜਿਹੜੀ ਆਸ ਹੈ ਉਹ ਨਿਰਾਸ ਹੋ ਗਈ। ਸਦਾ ਹੀ ਪ੍ਰਭੂ ਭਗਤੀ ਦੇ ਵਿੱਚ ਰਾਣੀ ਮੈਣੀ ਲੀਨ ਹੋ ਗਈ। ਔਰ ਹਰ ਰੋਜ਼ ਸਤਿਗੁਰੂ ਜੀ ਉਹਨਾਂ ਦੇ ਪਾਸ ਜਾ ਕਰਕੇ ਦੁੱਧ ਪੂਰੀਆਂ ਔਰ ਸਤਿਗੁਰੂ ਜੀ ਛੋਲੇ ਆਪਣੇ ਬਾਲਕ ਸਾਥੀਆਂ ਦੇ ਨਾਲ ਜਾ ਕਰਕੇ ਛਕਣੇ। ਅਨੇਕਾਂ ਕੌਤਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੇ ਧਰਤੀ ਤੇ ਕੀਤੇ। ਬੜੇ ਸੁੰਦਰ ਕੰਗਣ ਮਾਤਾ ਗੁਜਰ ਕੌਰ ਜੀ ਨੇ ਪਹਿਨਾਏ ਔਰ ਇੱਕ ਦਿਨ ਗੰਗਾ ਦੇ ਕਿਨਾਰੇ ਖੇਡਦਿਆਂ ਬਾਲਕ ਸਾਥੀਆਂ ਦੇ ਨਾਲ ਜਲ ਕੀੜਾ ਕਰਦਿਆਂ ਕੰਗਣ ਜਿਹੜਾ ਸੀ ਉਹ ਜਲ ਪ੍ਰਵਾਹ ਕਰ ਦਿੱਤਾ। ਘਰੇ ਜਦੋਂ ਆਏ ਸ਼ਾਮਾਂ ਨੂੰ ਮਾਤਾ ਜੀ ਪੁੱਛਦੇ ਕਿ ਕੰਗਣ ਕਿੱਥੇ ਹੈ। ਨਾਲ ਗਏ ਮਾਤਾ ਜੀ ਮਾਮਾ ਕਿਰਪਾਲ ਚੰਦ ਜੀ, ਸਤਿਗੁਰਾਂ ਨੇ ਦੂਜਾ ਵੀ ਲਾ ਕੇ ਵਗਾ ਕੇ ਮਾਰਿਆ। ਕਹਿਣ ਲੱਗੇ ਇੱਥੇ ਸੁੱਟਿਆ ਹੈ। ਮਾਤਾ ਜੀ ਮਨ ਦੇ ਵਿੱਚ ਜਦੋਂ ਵਿਚਾਰ ਕਰਦੇ, ਸਤਿਗੁਰੂ ਜੀ ਕਹਿਣ ਲੱਗੇ, ਮਾਂ ਹਰ ਰੋਜ਼ ਤਾਂ ਆਪ ਜੀ ਮੈਨੂੰ ਗੁੜਤੀਏ ਪੜ੍ਹਾਉਂਦੇ ਹੋ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸਨੇਹ ਅਰ ਭੈ ਨਹੀਂ ਜਾ ਕੈ, ਕੰਚਨ ਮਾਟੀ ਮੰਨੈ। ਬਾਣੀ ਤਾਂ ਆਪ ਜੀ ਇਹ ਪੜ੍ਹਾਉਂਦੇ ਰਹੇ ਹੋ ਔਰ ਅਸੀਂ ਜਿਹੜਾ ਕੰਗਣ ਪਾਉਣਾ ਹੈ ਉਹ ਸਰਬ ਲੋਹ ਦਾ ਧਾਰਨ ਕਰਾਂਗੇ। ਆਪਣੇ ਸਾਥੀਆਂ ਨੂੰ ਨਾਲ ਲੈ ਕਰਕੇ ਗੁਰੂ ਸਾਹਿਬ ਜੀ 2 ਧੜੇ ਬਣਾਉਂਦੇ ਔਰ ਜਲ ਕੀੜਾ ਕਰਦੇ, ਸ਼ਾਸਤਰ ਵਿਦਿਆ ਦਾ ਅਭਿਆਸ ਕਰਦੇ। ਇੱਕ ਦਿਨ ਇੱਥੋਂ ਦੇ ਨਵਾਬ ਦੀ ਜਿਹੜੀ ਸਵਾਰੀ ਆ ਜਾ ਰਹੀ ਹੈ ਆਪਣੇ ਬਾਲਕ ਸਾਥੀਆਂ ਦੇ ਨਾਲ, ਭਾਵੇਂ ਅੱਗੇ ਅੱਗੇ ਕਹਿੰਦੇ ਆਉਂਦੇ ਨਵਾਬ ਦੀ ਸਵਾਰੀ ਆਉਂਦੀ, ਉਹਨੂੰ ਝੁੱਕ ਕੇ ਸਲਾਮ ਕਰੋ। ਪਰ ਸਤਿਗੁਰੂ ਜੀ ਕਹਿਣ ਲੱਗੇ ਨਹੀਂ, ਅਸੀਂ ਸਲਾਮ ਨਹੀਂ ਕਰਨੀ, ਅੱਗੋਂ ਇਹਨਾਂ ਨੂੰ ਦੰਦੀਆਂ ਚੜਾਉਣਾ ਕਰੋ। ਗੁਰੂ ਸਾਹਿਬ ਜੀ ਅੱਗੋਂ ਆਪਣੇ ਬਾਲਕ ਸਾਥੀਆਂ ਦੇ ਨਾਲ ਉਹਨਾਂ ਨੂੰ ਚੜਾਉਂਦੇ ਹਨ, ਉਹਦਾ ਮਜ਼ਾਕ ਉਡਾਉਂਦੇ। ਹਿਰਦੇ ਅੰਦਰ ਕੋਈ ਭੈ ਨਹੀਂ ਹੈ। ਸਤਿਗੁਰੂ ਜੀ ਨਿਰਭਉ ਹਨ ਔਰ ਨਿਰਵੈਰ ਹਨ। ਇਹ ਦ੍ਰਿੜਤਾ ਹਿਰਦੇ ਅੰਦਰ ਮਹਾਰਾਜ ਜੀਆਂ ਨੇ ਤੀਰ ਅੰਦਾਜ਼ੀ ਗੁਲੇਲੇ। ਸਭ ਤੋਂ ਪਹਿਲਾਂ ਮਹਾਰਾਜ ਜੀ
ਗੁਲੇਲਾ ਆਪਣੇ ਹੱਥ ਵਿੱਚ ਫੜ ਕਰਕੇ ਮਾਈਆਂ ਜਲ ਲੈਣ ਆਉਂਦੀਆਂ ਖੂਹ ਦੇ ਵਿੱਚ ਔਰ ਉਹਨਾਂ ਦੇ ਘੜੇ ਭੰਨ ਦੇਣੇ। ਫਿਰ ਗਾਗਰਾਂ ਲੈ ਕਰਕੇ ਦਿੱਤੀਆਂ। ਗੁਰੂ ਸਾਹਿਬ ਜੀ ਨੇ ਫਿਰ ਗਾਗਰਾਂ ਦੇ ਵੀ ਕਹਿਣ ਲੱਗੇ ਗੁਲੇਲੇ ਮਾਰ ਮਾਰ ਕੇ ਉਹਨਾਂ ਵਿੱਚ ਚਿੱਬ ਪਾ ਦੇਣੇ। ਮਾਤਾ ਜੀ ਨੇ ਫਿਰ ਕਹਿ ਕਰਕੇ ਖੂਹ ਦਾ ਪਾਣੀ ਜਿਹੜਾ ਸੀ ਉਹ ਫਿਰ ਖਾਰਾ ਕਰ ਦਿੱਤਾ। ਕਹਿਣ ਲੱਗੇ ਅੱਜ ਤੋਂ ਬਾਅਦ ਇਹ ਜਿਹੜੀ ਕਿਰਿਆ ਹੈ ਆਪ ਜੀ ਨਹੀਂ ਕਰੋਗੇ, ਕਿਉਂਕਿ ਝਿੜਕ ਤਾਂ ਸਕਦੇ ਨਹੀਂ ਸਨ। ਪਰ ਸਤਿਗੁਰਾਂ ਦੇ ਐਸੇ ਚੋਜ 6 ਸਾਲ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਬਾਲਕ ਗੋਬਿੰਦ ਰਾਏ ਜੀ 4 ਸਾਲ ਦੀ ਉਮਰ ਹੋਈ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਫਿਰ ਅਸਾਮ ਸਤਿਗੁਰੂ ਜੀ ਇੱਧਰਲੇ ਪਾਸੇ ਸੰਸਾਰੀ ਜੀਵਾਂ ਦਾ ਉਧਾਰ ਕਰਕੇ ਮਹਾਰਾਜ ਸ੍ਰੀ ਪਟਨਾ ਸਾਹਿਬ ਦੀ ਧਰਤੀ ਤੇ ਆਏ। ਰਾਜਾ ਰਾਮ ਸਿੰਘ ਵੀ ਨਾਲ ਹੈ। ਗੁਰੂ ਕੇ ਬਾਗ ਵਿਖੇ ਸ੍ਰੀ ਪਟਨਾ ਸਾਹਿਬ ਵਿਖੇ ਮਹਾਰਾਜਿਆਂ ਦੀ ਔਰ ਬਾਲਕ ਗੋਬਿੰਦ ਰਾਏ ਜੀ ਦੀ ਪਹਿਲੀ ਮਿਲਣੀ ਹੁੰਦੀ। ਸਤਿਗੁਰਾਂ ਦੇ ਦੀਦਾਰ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਦਾ ਹਿਰਦਾ ਪ੍ਰਸੰਨ ਹੋਇਆ। ਗੋਦ ਵਿੱਚ ਲਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਨੇ ਘਰੇ ਆਏ। ਕੁਝ ਸਮਾਂ ਸਤਿਗੁਰੂ ਜੀ ਇੱਥੇ ਰਹਿੰਦੇ। ਮਹਾਰਾਜ ਜੀ ਪੰਜਾਬ ਦੀ ਧਰਤੀ ਤੇ ਆ ਜਾਂਦੇ, ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਚੱਕ ਨਾਨਕੀ ਨਗਰ ਵਿਖੇ, ਕਿਉਂਕਿ ਸਤਿਗੁਰੂ ਜੀ ਇਹ ਨਗਰ ਵਸਾ ਕਰਕੇ ਗਏ ਪੂਰਬ ਦੀ ਯਾਤਰਾ ਨੂੰ। ਔਰ ਪਰਿਵਾਰ ਨੂੰ ਕਿਹਾ ਕਿ ਜਦੋਂ ਅਸੀਂ ਹੁਕਮਨਾਮਾ ਭੇਜਾਂਗੇ ਤੁਸੀਂ ਬਾਅਦ ਵਿੱਚ ਆਉਣਾ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਦੇ ਹਿਰਦੇ ਅੰਦਰ ਇਹੀ ਚਾਹਨਾ ਕਿ ਮੈਂ ਵੀ ਆਪਣਾ ਪੰਜਾਬ ਨਗਰ, ਆਪਣਾ ਵਸਾਇਆ ਹੋਇਆ ਨਗਰ ਜਿਹੜਾ ਹੈ ਉਹ ਦੇਖਣਾ ਹੈ। ਮਾਤਾ ਜੀ ਨੂੰ ਕਹਿਣਾ, ਮਾਤਾ ਨਾਨਕੀ ਜੀ ਨੂੰ ਕਹਿਣਾ ਹਮੇਸ਼ਾ ਕਿ ਚਲੋ ਆਪਾਂ ਵੀ ਚੱਲੀਏ ਪੰਜਾਬ ਦੇਸ਼ ਵੱਲ ਨੂੰ। ਹਮੇਸ਼ਾ ਇਹੀ ਚਾਹਨਾ ਰਹਿੰਦੀ। ਅੱਜ ਜਾਤ ਹੁਕਮਨਾਮਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਵੱਲੋਂ ਗਿਆ। ਸਾਰੇ ਪਰਿਵਾਰ ਨੇ ਜਦੋਂ ਤਿਆਰੀ ਕੀਤੀ, ਪਟਨਾ ਸ਼ਹਿਰ ਦੇ ਵਾਸੀ ਕਹਿਣ ਲੱਗੇ ਸਤਿਗੁਰੂ ਜੀ ਆਪ ਜੀ ਸਦੀਵ ਕਾਲ ਲਈ ਇੱਥੇ ਰਹੋ। ਮਹਾਰਾਜ ਜੀ ਕਹਿਣ ਲੱਗੇ ਨਹੀਂ, ਅਸੀਂ ਤੁਹਾਡੇ ਵਿੱਚ ਹਾਂ ਹਮੇਸ਼ਾ ਹੀ। ਜਦੋਂ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਹੋਏਗਾ, ਦੀਵਾਨ ਦੀ ਸਮਾਪਤੀ ਹੋਏਗੀ, ਸੰਗਤ ਜੁੜੇਗੀ ਇਸ ਸਥਾਨ ਤੇ ਆ ਕਰਕੇ, ਉਦੋਂ ਸਾਡੇ ਜਿਹੜੇ ਦਰਸ਼ਨ ਨੇ ਤੁਹਾਨੂੰ ਹੋਇਆ ਕਰਨਗੇ। ਹਰ ਰੋਜ਼ ਆ ਕਰਕੇ ਸਾਡੇ ਦਰਸ਼ਨ ਕਰਨੇ। ਰਾਣੀ ਮੈਣੀ ਨੂੰ ਮਹਾਰਾਜਿਆਂ ਨੇ ਕਟਾਰ ਔਰ ਆਪਣੇ ਵਸਤਰ ਦਿੱਤੇ। ਸਤਿਗੁਰੂ ਜੀ ਕਹਿਣ ਲੱਗੇ ਹਮੇਸ਼ਾ ਸਨਮੁਖ ਰੱਖ ਕਰਕੇ ਪ੍ਰਭੂ ਦੀ ਆਰਾਧਨਾ ਕਰਨੀ, ਔਰ ਜਦੋਂ ਨੇਤਰ ਖੋਲ੍ਹਿਆ ਕਰੋਗੇ ਹਮੇਸ਼ਾ ਸਾਡੇ ਦਰਸ਼ਨ ਜਿਹੜੇ ਹਨ ਉਹ ਤੁਹਾਨੂੰ ਹੋਇਆ ਕਰਨਗੇ। ਸਤਿਗੁਰੂ ਜੀ ਇਸ ਨਗਰ ਤੋਂ ਚੱਲਦੇ ਹਨ। ਇਹ ਬਖਸ਼ਿਸ਼ਾਂ ਨਗਰ ਨਿਵਾਸੀਆਂ ਨੂੰ ਦੇ ਕਰਕੇ ਦਾਨਪੁਰ ਨਗਰ ਵਿਖੇ ਜਦੋਂ ਸਤਿਗੁਰੂ ਜੀ ਆਏ, ਔਰ ਇੱਥੇ ਮਾਤਾ ਨੇ ਖਿਚੜੀ ਬਣਾਈ ਹੋਈ ਹੈ। ਹਿਰਦੇ ਅੰਦਰ ਭਾਵਨਾ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇੱਧਰ ਆ ਕਰਕੇ ਆ ਮੇਰੀ ਬਣਾਈ ਹੋਈ ਖਿਚੜੀ ਅੰਗੀਕਾਰ ਕਰਨ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੁਲਤਾਨਪੁਰ ਲੋਧੀ ਤੋਂ ਜਦੋਂ ਪਹਿਲੀ ਉਦਾਸੀ ਮਹਾਰਾਜ ਜੀ ਜਾਂਦੇ ਆਰੰਭ ਕਰਦੇ, ਸਭ ਤੋਂ ਪਹਿਲਾਂ ਭਾਈ ਲਾਲੋ ਦੇ ਘਰੇ ਮਹਾਰਾਜ ਜੀ ਪਹੁੰਚਦੇ ਹਨ। ਭਾਈ ਲਾਲੋ ਦੇ ਕੋਧਰੇ ਦੀਆਂ ਬਣਾਈਆਂ ਹੋਈਆਂ ਰੋਟੀਆਂ ਮਹਾਰਾਜਿਆਂ ਨੇ ਉਹਨਾਂ ਰੋਟੀਆਂ ਦੇ ਵਿੱਚੋਂ, ਕਿਉਂਕਿ ਸੱਚੀ ਸੁੱਚੀ ਕਿਰਤ ਸੀ, ਸਿਦਕੀ ਸਿੱਖ ਸੀ, ਮਹਾਰਾਜਿਆਂ ਦਾ ਪ੍ਰੇਮੀ ਸੀ, ਔਰ ਉਸ ਕੋਧਰੇ ਦੀ ਰੋਟੀ ਦੇ ਵਿੱਚੋਂ ਅੰਮ੍ਰਿਤ ਰਸ ਜਿਹੜਾ ਹੈ ਮਹਾਰਾਜਿਆਂ ਨੇ ਦਿਖਾਇਆ, ਕਿਉਂਕਿ ਸੱਚੀ ਸੁੱਚੀ ਕਿਰਤ ਦੀ ਬਣੀ ਹੋਈ ਰੋਟੀ ਹੈ। ਔਰ ਅੱਜ 10ਵੇਂ ਜਾਮੇ ਅੰਦਰ ਸਤਿਗੁਰੂ ਜੀ ਦਾਨਪੁਰ ਵਿਖੇ ਮਾਈ ਦੀ ਖਿਚੜੀ ਮਹਾਰਾਜਿਆਂ ਨੇ ਸਾਰੀ ਸੰਗਤ ਨੂੰ ਛਕਾਈ, ਉੱਥੇ ਆਪ ਅੰਗੀਕਾਰ ਕੀਤੀ। ਅੱਜ ਵੀ ਉਹੀ ਪ੍ਰਸ਼ਾਦ ਜਿਹੜਾ ਹੈ ਉੱਥੇ ਵਰਤਦਾ ਹੈ। ਔਰ ਸਤਿਗੁਰੂ ਜੀ ਵੱਖ-ਵੱਖ ਨਗਰਾਂ ਵਿੱਚੋਂ ਦੀ ਗੁਜ਼ਰਦਿਆਂ ਹੋਇਆ ਲਖਨੌਰ ਸਾਹਿਬ ਦੀ ਧਰਤੀ ਤੇ ਫਿਰ ਸਤਿਗੁਰੂ ਜੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਹਾਰਾਜ ਜੀ ਪਹੁੰਚਦੇ ਹਨ। ਸ੍ਰੀ ਆਨੰਦ ਸਾਹਿਬ ਜੀ ਦਾ ਪਾਠ ਹੋਇਆ, ਕੜਾਹ ਪ੍ਰਸ਼ਾਦ ਦੀ ਦੇਗ ਵਰਤੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਦਰਸ਼ਨ ਹੋਏ। ਚੱਕ ਨਾਨਕੀ ਨਗਰ ਤੋਂ ਫਿਰ ਮਹਾਰਾਜਿਆਂ ਨੇ ਇਸ ਨਗਰ ਦਾ ਨਾਮ ਸ੍ਰੀ ਅਨੰਦਪੁਰ ਸਾਹਿਬ ਰੱਖਿਆ। ਅਨੰਦਪੁਰ ਸਾਹਿਬ ਦੀ ਧਰਤੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਨੇ ਅਨੇਕਾਂ ਚੋਜ, ਅਨੇਕਾਂ ਕੌਤਕ ਸਤਿਗੁਰਾਂ ਨੇ ਵਰਤਾਏ। ਔਰ ਇੱਥੇ ਹੀ ਰਹਿੰਦਿਆਂ ਮਹਾਰਾਜਿਆਂ ਦੇ 3 ਵਿਵਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਦੇ ਹੋਏ। ਮਾਤਾ ਜੀਤੋ ਜੀ, ਮਾਤਾ ਸੁੰਦਰੀ ਜੀ ਔਰ ਮਾਤਾ ਸਾਹਿਬ ਕੌਰ ਜੀ।
ਸਤਿਗੁਰਾਂ ਦੇ 4 ਸਾਹਿਬਜ਼ਾਦੇ ਆਪ ਜੀ ਭਲੀ ਪ੍ਰਕਾਰ ਇਸ ਇਤਿਹਾਸ ਤੋਂ ਜਾਣੂ ਹੋ। ਖਾਲਸਾ ਪੰਥ ਦੀ ਸਿਰਜਣਾ ਮਹਾਰਾਜਿਆਂ ਨੇ ਵੱਖਰਾ ਨਿਆਰਾ ਨਿਆਰੀ ਪਹਿਚਾਣ, ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਨੇ ਨੌਰੰਗੇ ਨੂੰ ਕਹਿ ਦਿੱਤਾ ਸੀ, ਤੂੰ 2 ਤੋਂ 1 ਬਣਾਉਣਾ ਚਾਹੁੰਦਾ ਹੈ ਔਰ ਪਰਮੇਸ਼ਰ ਨੂੰ ਹੋਰ ਪਾਉਂਦਾ ਹੈ। ਪਰਮੇਸ਼ਰ ਨੇ 2 ਤੋਂ 3 ਬਣਾਉਣੇ ਹਨ। ਇੱਕ ਐਸਾ ਵੀ ਪੰਥ ਜਿਹੜਾ ਹੈ ਉਹ ਸਾਜਿਆ ਜਾਣਾ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜਿਆਂ ਦੇ ਬਚਨ ਸਨ। ਮਾਤਾ ਨਾਨਕੀ ਜੀ ਨੂੰ ਸਤਿਗੁਰਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ। ਜਦੋਂ ਗੁਰੂ ਹਰਿਰਾਏ ਸਾਹਿਬ ਮਹਾਰਾਜਿਆਂ ਨੂੰ ਗੁਰਤਾ ਗੱਦੀ ਬਖਸ਼ਿਸ਼ ਹੋਈ, ਮਾਤਾ ਨਾਨਕੀ ਜੀ ਦੇ ਮਨ ਵਿੱਚ ਆਇਆ ਕਿ ਮੇਰੇ ਪੁੱਤਰ ਤਾਂ ਵਾਂਝੇ ਹੀ ਰਹਿ ਗਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਵੀ ਹਜੇ ਸਮਾਂ ਨਹੀਂ ਹੈ, ਤੁਸੀਂ ਇੱਕ ਕਟਾਰ ਔਰ ਇੱਕ ਰੁਮਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜਿਆਂ ਨੇ ਬਖਸ਼ਿਸ਼ ਕੀਤਾ, ਮਾਤਾ ਨਾਨਕੀ ਜੀ ਦੀ ਝੋਲੀ ਵਿੱਚ ਪਾਇਆ ਕਿ ਤੁਸੀਂ ਬਾਬਾ ਬਕਾਲਾ ਵਿਖੇ ਚਲੇ ਜਾਓ। ਸਤਿਗੁਰਾਂ ਦੇ ਬਚਨ ਮੰਨਦਿਆਂ ਬਾਬਾ ਬਕਾਲਾ ਵਿਖੇ ਲੰਮਾ ਸਮਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਰਹੇ ਔਰ ਸਤਿਗੁਰਾਂ ਦੇ ਬਚਨ ਸਨ ਕਿ ਇਹਨਾਂ ਦੇ ਗ੍ਰਹਿ ਵਿਖੇ ਐਸੇ ਮਹਾਬਲੀ ਯੋਧੇ ਦਾ ਪ੍ਰਕਾਸ਼ ਹੋਣਾ ਜਿਨੇ ਦੁਸ਼ਟਾਂ ਦਾ ਔਰ ਜ਼ੁਲਮ ਦਾ ਨਾਸ਼ ਕਰਨਾ ਹੈ ਆਪਣੀ ਤੇਗ ਦੇ ਦੁਆਰਾ। ਔਰ ਉਹ ਕਾਰਜ ਜਿਹੜੇ ਸਨ ਸਤਿਗੁਰਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਕਰਕੇ ਕੀਤੇ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜਿਆਂ ਨੇ ਸੋਟੇ ਦੀ ਚੋਟ ਦੇ ਵਿੱਚੋਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜਿਆਂ ਨੂੰ ਪ੍ਰਗਟ ਕੀਤਾ। ਸਤਿਗੁਰੂ ਜੀ ਧਾਨਕ ਰੂਪ ਬਣਾ ਕਰਕੇ ਜਦੋਂ ਮਹਾਰਾਜ ਜੀ ਜੰਗਲ ਨੂੰ ਜਾਂਦੇ, ਸਤਿਗੁਰਾਂ ਦੇ ਹੱਥ ਵਿੱਚ ਸੋਟਾ ਹੈ, ਪਿੱਛੇ ਪਿੱਛੇ ਸੰਗਤ ਜਾਂਦੀ, ਮਹਾਰਾਜ ਜੀ ਸੋਟਾ ਦਿਖਾਉਂਦੇ, ਕਹਿਣ ਲੱਗੇ ਮੁੜ ਜਾਓ ਪਿੱਛੇ, ਇਕੱਲੇ ਭਾਈ ਲਹਿਣਾ ਜੀ। ਸਤਿਗੁਰਾਂ ਦੇ ਇਸ ਪਰਚੇ ਦੇ ਵਿੱਚੋਂ ਪਾਸ ਹੋਏ। ਮਹਾਰਾਜਿਆਂ ਦੀ ਇਹ ਸਿੱਖੀ ਦੀ ਜੋ ਫੁਲਵਾੜੀ ਸੀ, ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜਿਆਂ ਨੇ ਉਸ ਫੁਲਵਾੜੀ ਦੇ ਵਿੱਚੋਂ ਨਦੀਨ ਕੱਢਿਆ ਮਹਾਰਾਜਿਆਂ ਨੇ। ਔਰ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜਿਆਂ ਨੇ ਆਪਣੀ ਗਾਗਰ ਦੇ ਦੁਆਰਾ ਉਸ ਖੇਤੀ ਨੂੰ ਸਿੰਜਿਆ ਹੈ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜਿਆਂ ਨੇ ਥੜੇ ਬਣਾ ਕਰਕੇ ਉਸ ਖੇਤੀ ਦੀ ਰਾਖੀ ਕੀਤੀ ਔਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜਿਆਂ ਨੇ ਖੇਤੀ ਦੀ ਰਾਖੀ ਕਰਦਿਆਂ ਆਪਣੀ ਸ਼ਹਾਦਤ ਦੇ ਦਿੱਤੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜਿਆਂ ਨੇ ਸ਼ਾਸਤਰਾਂ ਦੀ ਵਾੜ ਕੀਤੀ ਇਸ ਖੇਤੀ ਦੇ ਦੁਆਲੇ ਔਰ ਗੁਰੂ ਹਰਿਰਾਏ ਸਾਹਿਬ ਮਹਾਰਾਜਿਆਂ ਨੇ ਉਹ ਨਦੀਨ ਬਾਬਾ ਰਾਮ ਰਾਏ ਜੀ ਵਰਗੇ ਇਸ ਖੇਤੀ ਦੇ ਵਿੱਚੋਂ ਬਾਹਰ ਕਰ ਦਿੱਤੇ ਕਿ ਆਉਣ ਵਾਲੇ ਸਮੇਂ ਦੇ ਅੰਦਰ ਕਿਤੇ ਹਕੂਮਤ ਦੇ ਅੱਗੇ ਝੁਕ ਨਾ ਜਾਣ। ਔਰ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਹਕੂਮਤ ਦੇ ਅੱਗੇ ਝੁਕੇ ਨਹੀਂ, ਨੌਰੰਗੇ ਨੂੰ ਦਰਸ਼ਨ ਤੱਕ ਨਹੀਂ ਦਿੱਤੇ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜਿਆਂ ਨੇ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਨੇ ਇਸ ਫੁਲਵਾੜੀ ਦੀ ਰਾਖੀ ਕਰਦਿਆਂ ਮਹਾਰਾਜਿਆਂ ਨੇ ਆਪਣੀ ਸ਼ਹਾਦਤ ਦਿੱਤੀ। ਔਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਨੇ ਇਸ ਫੁਲਵਾੜੀ ਨੂੰ, ਇਸ ਖੇਤੀ ਨੂੰ ਪ੍ਰਫੁੱਲਤ ਕਰਦਿਆਂ ਹੋਇਆਂ ਆਪਣੇ ਸਾਰੇ ਪਰਿਵਾਰ ਦਾ ਖੂਨ ਜਿਹੜਾ ਹੈ ਇਸ ਰੁੱਖ ਵਿੱਚ ਪਾਇਆ ਔਰ ਸਿੱਖੀ ਦੇ ਮਹਿਲ ਨੂੰ ਪ੍ਰਫੁੱਲਤ ਕੀਤਾ। ਐਸੇ ਦੀਨ ਦਇਆਲ ਸਤਿਗੁਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਜਿਨ੍ਹਾਂ ਨੇ ਖੰਡੇ ਦੀ ਧਾਰ ਦੇ ਵਿੱਚੋਂ ਖਾਲਸਾ ਪੰਥ ਦੀ ਸਿਰਜਣਾ ਕੀਤੀ ਔਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਨੇ ਖਾਲਸਾ ਪੰਥ ਨੂੰ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਦੀਦਾਰ ਖਾਲਸੇ ਕਾ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ ਲੜ ਲਾਇਆ, ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਦੇ ਦੀਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ ਵਿੱਚੋਂ ਜਦੋਂ ਮਹਾਰਾਜਿਆਂ ਨੇ ਬਚਨ ਕੀਤੇ, ਪਿਆਰੇ ਭਾਈ ਦਇਆ ਸਿੰਘ ਜੀ ਮਹਾਰਾਜਿਆਂ ਦੇ ਚਰਨਾਂ ਨੂੰ ਸਪਰਸ਼ ਕਰਨਾ ਚਾਹੁੰਦੇ, ਪਰ ਸਤਿਗੁਰਾਂ ਦੇ ਚਰਨ ਪਿਆਰੇ ਭਾਈ ਦਇਆ ਸਿੰਘ ਜੀ ਦੇ ਹੱਥਾਂ ਵਿੱਚ ਨਹੀਂ ਆਉਂਦੇ, ਕਿਉਂਕਿ ਸਤਿਗੁਰੂ ਜੀ ਇਸ ਸਮੇਂ ਜੋਤ ਰੂਪ ਹੋ ਗਏ ਹਨ। ਜੋਤ ਰੂਪ ਹਰ ਆਪ ਗੁਰ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅਮਰਤ ਛਤਰ ਗੁਰ ਨਾਮੈ ਦਿਓ।
ਗੁਰੂ ਰਾਮਦਾਸ ਦਰਸ਼ਨ ਪਰਸ, ਕਹਿ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪ੍ਰਵਾਨ ਪੁਰਖ, ਗੁਰ ਅਰਜਨ ਪਿੱਖੋ ਨੈਣ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਸਤਿਗੁਰਾਂ ਦੀ ਉਹੀ ਜੋਤ ਜਿਹੜੀ ਹੈ 10 ਜਾਮਿਆਂ ਦੇ ਅੰਦਰ, ਔਰ ਆਤਮਿਕ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅਸੀਂ ਨਿਤ ਦੀਦਾਰ ਕਰਦੇ ਹਾਂ। ਸਤਿਗੁਰਾਂ ਦੀ ਪਵਿੱਤਰ ਬਾਣੀ ਔਰ ਸਤਿਗੁਰਾਂ ਦਾ ਪਵਿੱਤਰ ਬਖਸ਼ਿਆ ਹੋਇਆ ਬਾਣਾ, ਖੰਡੇ ਬਾਟੇ ਦੀ ਪਾਹੁਲ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੀ ਸੱਚੀ ਸੁਚੱਜੀ ਜੀਵਨ ਜਾਚ ਜਿਹੜੀ ਹੈ ਇਹ ਸਿੱਖਿਆ। ਜਿਨ੍ਹਾਂ ਨੇ ਖੰਡੇ ਬਾਟੇ ਦੀ ਪਾਹੁਲ ਨਹੀਂ ਲਈ, ਲੈ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੀ ਦਿੱਤੀ ਹੋਈ ਦਾਤ ਔਰ ਸਤਿਗੁਰਾਂ ਦੀ ਸਿੱਖਿਆ ਨੂੰ ਹਿਰਦੇ ਵਿੱਚ ਵਸਾਈ ਹੈ। ਜਿਨ ਕੇ ਦਿਨ ਮਨਾਤੇ ਹੋ ਉਨਕੀ ਬਾਤ ਵੀ ਮਾਨਾ ਕਰੋ, ਕਿਉਂਕਿ ਸਤਿਗੁਰਾਂ ਦੇ ਪਵਿੱਤਰ ਦਿਨ ਅਸੀਂ ਮਨਾ ਰਹੇ ਹਾਂ। ਪ੍ਰਕਾਸ਼ ਪੁਰਬ ਦਾ ਦਿਨ ਅੱਜ ਅਸੀਂ ਮਨਾ ਰਹੇ ਹਾਂ, ਔਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੀ ਸਿੱਖਿਆ, ਸਤਿਗੁਰਾਂ ਦੀ ਆਗਿਆ ਕਿ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਯਾਦ ਆਪਣੇ ਹਿਰਦੇ ਅੰਦਰ ਵਸਾਉਣੀ, ਬਾਣੀ ਦਾ ਧਾਰਨੀ ਹੋਣਾ ਔਰ ਬਾਣਾ ਆਪਣੇ ਤਨ ਤੇ ਸਜਾਉਣਾ, ਖੰਡੇ ਬਾਟੇ ਦੀ ਪਾਹੁਲ ਲੈਣੀ, ਖਾਲਸਾ ਪੰਥ ਵਿੱਚ ਸ਼ਾਮਲ ਹੋ ਕਰਕੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਵਾਰਨਾ, ਤਾਂ ਸਤਿਗੁਰਾਂ ਦਾ ਪਵਿੱਤਰ ਉਪਦੇਸ਼ ਜਿਹੜਾ ਹੈ ਉਹਦੇ ਅਸੀਂ ਧਾਰਨੀ ਹੋ ਸਕਦੇ ਹਾਂ। ਸਮੁੱਚੀਆਂ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ। ਨਿਤਾ ਪ੍ਰਤੀ ਆਪ ਜੀ ਸਤਿਗੁਰਾਂ ਦੇ ਪਾਵਨ ਜੀਵਨ ਇਤਿਹਾਸ ਨੂੰ ਸਰਵਣ ਕਰ ਰਹੇ ਹੋ। ਸਤਿਗੁਰਾਂ ਦੇ ਜੀਵਨ ਵਿੱਚੋਂ ਹੀ ਪਹਾੜੀ ਰਾਜਿਆਂ ਨੇ ਮਹਾਰਾਜਿਆਂ ਦੇ ਨਾਲ ਅਨੇਕਾਂ ਜੰਗਾਂ ਜਿਹੜੀਆਂ ਹਨ ਗੁਰੂ ਸਾਹਿਬ ਜੀ ਦੇ ਨਾਲ ਕੀਤੀਆਂ। ਨਿਰਮੋਹਗੜ੍ਹ ਦੀ ਜੰਗ ਜਿਹੜੀ ਹੈ ਉਹ ਚੱਲ ਰਹੀ ਹੈ। ਭਾਵੇਂ ਸਰਹੰਦ ਦਾ ਸੂਬਾ ਜਿਹੜਾ ਹੈ ਵਜ਼ੀਰ ਖਾਂ ਬਹੁਤ ਵੱਡੀ ਫੌਜ ਭਾਰੀ ਗਿਣਤੀ ਦੇ ਵਿੱਚ ਲੈ ਕਰਕੇ ਗਿਆ, ਔਰ ਇੱਧਰੋਂ ਰਾਜਾ ਧਰਮਚੰਦ ਵੈਸ਼ਾਲੀ ਦਾ ਰਾਜਾ, ਉਹਨੇ ਦੇਖਿਆ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੇ ਨਾਲ ਰਾਜੇ ਭੀਮ ਚੰਦ ਨੇ ਧਰੋਹ ਕਮਾਇਆ ਹੈ, ਧੋਖਾ ਕੀਤਾ ਰਾਜੇ ਭੀਮ ਚੰਦ ਨੇ। ਪਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਤਾਂ ਅਛਲ ਹਨ, ਅਛਲ ਅਛੇਦ ਅਪਾਰ ਪ੍ਰਭ ਉੱਚਾ ਤਾਂ ਕਾ ਰੂਪ, ਜਪ ਜਪ ਕਰੈ ਆਨੰਦ ਜਨ ਆਚਰਜ ਆਨੂਪ। ਸਤਿਗੁਰਾਂ ਦੀ ਮਹਿਮਾ ਨੂੰ ਕੌਣ ਜਾਣ ਸਕਦਾ ਹੈ। ਭੀਮ ਚੰਦ ਮਹਾਰਾਜ ਜੀਆਂ ਦੇ ਨਾਲ ਭਾਵੇਂ ਛਲ ਕਪਟ ਕਰਨਾ ਚਾਹੁੰਦਾ ਹੈ, ਪਰ ਸਤਿਗੁਰੂ ਜੀ ਤਾਂ ਭੀਮ ਚੰਦ ਦੇ ਹਿਰਦੇ ਦੀ ਜਾਣਦੇ ਕਿ ਇਹ ਚਾਹੁੰਦਾ ਕੀ ਹੈ ਸਾਡੇ ਨਾਲ। ਵੈਸ਼ਾਲੀ ਦਾ ਰਾਜਾ ਧਰਮਚੰਦ ਮਹਾਰਾਜ ਜੀਆਂ ਦੇ ਪਾਸ ਆਇਆ, ਸਤਿਗੁਰੂ ਜੀ ਆਪ ਕਿਰਪਾ ਕਰੋ, 4 ਛਪੇਰਿਓਂ ਇਹ ਪਹਾੜੀ ਰਾਜੇ ਔਰ ਵਜ਼ੀਰ ਖਾਂ ਆਪ ਜੀ ਨੂੰ ਘੇਰਾ ਪਾਉਣਾ ਚਾਹੁੰਦਾ ਹੈ। ਆਪ ਜੀ ਮੇਰੇ ਮਹਿਲਾਂ ਵਿੱਚ ਚੱਲੋ, ਜਿੰਨਾ ਸਮਾਂ ਆਪ ਜੀ ਚਾਹੋ ਸਤਿਗੁਰੂ ਜੀ ਉੱਥੇ ਰਹਿ ਸਕਦੇ ਹੋ। ਔਰ ਇੰਨੇ ਨੂੰ ਜਿਹੜੇ ਇਹ ਪਹਾੜੀ ਰਾਜੇ ਹਨ ਸ਼ਰਮਸ਼ਾਰ ਹੋ ਕਰਕੇ ਆਪੇ ਇਹਨਾਂ ਨੇ ਵਾਪਸ ਮੁੜ ਜਾਣਾ। ਸਤਲੁਜ ਦੇ ਪਾਰਲੇ ਪਾਸੇ ਵੈਸ਼ਾਲੀ ਦਾ ਜਿਹੜਾ ਅਸਥਾਨ ਹੈ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਆ ਕਰਕੇ ਇਹ ਰਾਜਾ ਬੇਨਤੀ ਕਰਦਾ ਹੈ। ਮਹਾਰਾਜ ਜੀ ਕਹਿਣ ਲੱਗੇ, ਰਾਜਨ ਤੁਸੀਂ ਚੱਲੋ ਔਰ ਅਸੀਂ ਇਹਨਾਂ ਨੂੰ ਸਬਕ ਸਿਖਾ ਕਰਕੇ ਫਿਰ ਹੌਲੀ ਹੌਲੀ ਅਸੀਂ ਤੁਹਾਡੇ ਪਿੱਛੇ ਹੀ ਚੱਲ ਕੇ ਆ ਰਹੇ ਹਾਂ। ਜਿਵੇਂ ਸਤਿਗੁਰੂ ਜੀ ਵੈਸ਼ਾਲੀ ਵਿਖੇ ਇਹਨਾਂ ਪਹਾੜੀ ਰਾਜਿਆਂ ਨੂੰ ਔਰ ਵਜ਼ੀਰ ਖਾਨ ਦੀ ਫੌਜ ਨੂੰ ਮੂੰਹ ਤੋੜਵਾਂ ਜਵਾਬ ਦੇ ਕਰਕੇ ਔਰ ਇਹਨਾਂ ਦਾ ਬਣਾਇਆ ਹੋਇਆ ਘੇਰਾਬੰਦੀ ਜਿਹੜੀ ਹੈ ਉਹਨੂੰ ਤੋੜਦਿਆਂ ਹੋਇਆ ਸਤਿਗੁਰੂ ਜਿਵੇਂ ਅੱਗੇ ਵਧ ਰਹੇ ਹਨ, ਉਹ ਪ੍ਰਸੰਗ ਕਵੀ ਜੀ ਸਰਵਣ ਕਰਾ ਰਹੇ। ਆਓ ਸਾਧ ਸੰਗਤ ਰਸਨਾ ਔਰ ਮੁਖ ਦੀ ਪਵਿੱਤਰਤਾ ਲਈ ਆਖਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਸਾਹਿਬ ਜੀ। ਚੌਪਈ ਨਾਹਿਤ ਬਾਦੀ ਤੁਰਕ ਮਹਾਨੈ। ਰਾਜਾ ਧਰਮਚੰਦ ਕਹਿਣ ਲੱਗਿਆ, ਮਹਾਰਾਜ ਇਹ ਤੁਰਕ ਜਿਹੜੇ ਹਨ ਬਾਦੀ ਹਨ, ਝਗੜਾਲੂ ਇਹਨਾਂ ਦਾ ਸੁਭਾਅ ਹੈ ਔਰ ਇਹ ਹਮੇਸ਼ਾ ਹੀ ਛਲ ਕਪਟ ਕਰਦੇ ਹਨ। ਬਿਨਾ ਲੜੇ ਮਿਟ ਗੇ ਮਨ ਜਾਣੈ। ਔਰ ਬਿਨਾ ਲੜਿਆਂ ਜਿਹੜਾ ਹੈ, ਭਾਵੇਂ ਇਹਨਾਂ ਦੇ ਮਨ ਵਿੱਚ ਇਹ ਵਿਚਾਰ ਸੀ ਕਿ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੂੰ ਫੜ ਲੈਣਾ ਹੈ।
ਕਹਿ ਬੋ ਰਹਿਓ ਰਾਵ ਤਿਸ ਬਾਰੀ। ਔਰ ਇਹਨਾਂ ਦਾ ਇਹ ਮਾਨ ਹੰਕਾਰ ਜਿਹੜਾ ਹੈ ਉਹ ਮਿਟ ਗਿਆ ਹੈ। ਔਰ ਇਧਰੋਂ ਵੈਸ਼ਾਲੀ ਦਾ ਰਾਜਾ ਮਹਾਰਾਜਿਆਂ ਦੇ ਨਾਲ ਉਹ ਬਚਨ ਕਰਦਾ ਹੈ। ਪ੍ਰਭ ਕੀ ਕਹੀ ਬਾਤ ਉਰ ਧਾਰੀ। ਸਤਿਗੁਰੂ ਜੀ ਕਹਿਣ ਲੱਗੇ ਕਿ ਤੁਸੀਂ ਚੱਲੋ, ਅਸੀਂ ਤੁਹਾਡੇ ਪਿੱਛੇ ਹੀ ਆ ਰਹੇ ਹਾਂ। ਸਤਿਗੁਰਾਂ ਦੇ ਬਚਨ ਮੰਨਦਿਆਂ, ਮਹਾਰਾਜਿਆਂ ਦੀ ਗੱਲ ਮੰਨਦਿਆਂ, ਆਪਣੇ ਹਿਰਦੇ ਅੰਦਰ ਵਸਾ ਕਰਕੇ ਲਏ ਬਹੀਰ ਸੰਗ ਕੋ ਚਾਲਾ। ਆਪਣੀ ਬਹੀਰ ਨੂੰ ਅੱਗੇ ਅੱਗੇ ਲੈ ਕਰਕੇ ਚੱਲਿਆ ਹੈ। ਨਗਰ ਵਿਸਾਲੀ ਧੀਰ ਵਿਸਾਲਾ। ਔਰ ਵੈਸ਼ਾਲੀ ਨਗਰ ਜਿਹੜਾ ਹੈ ਸਤਲੁਜ ਦੇ ਪਾਰਲੇ ਪਾਸੇ, ਔਰ ਇਸ ਰਾਜੇ ਦੇ ਹਿਰਦੇ ਅੰਦਰ ਬੜੀ ਧੀਰਜ ਹੈ। ਲੈ ਪਹੁੰਚਿਓ ਜਬ ਤਟ ਦਰਿਆਓ। ਦਰਿਆ ਦੇ ਕਿਨਾਰੇ ਤੇ ਆਪਣੀ ਫੌਜ ਲੈ ਕਰਕੇ ਵੈਸ਼ਾਲੀ ਦਾ ਰਾਜਾ ਪਹੁੰਚਿਆ ਹੈ। ਕੁਛ ਬਹੀਰ ਕੋ ਪਾਰ ਲੰਘਾਓ। ਇਹਨੇ ਆਪਣੀ ਬਹੀਰ ਨੂੰ ਪਾਰਲੇ ਪਾਸੇ ਲੰਘਾਇਆ ਹੈ। ਬਜਵਾਇਓ ਰਣਜੀਤ ਨਗਾਰਾ। ਇਧਰੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਨੇ ਹੁਕਮ ਦਿੱਤਾ, ਰਣਜੀਤ ਨਗਾਰਾ ਵਜਵਾਇਆ ਹੈ। ਸਕਲ ਖਾਲਸਾ ਹੋਏ ਸਤਿਆਰਾ। ਰਣਜੀਤ ਨਗਾਰੇ ਦੀ ਗੂੰਜ ਜਦੋਂ ਦੂਣ ਵਿੱਚ ਪਈ ਹੈ, ਖਾਲਸਾ ਤਿਆਰ ਬਰ ਤਿਆਰ ਹੋਇਆ ਹੈ। ਪਾਏ ਦੁਗੁਲ ਕਾ ਜਵਾਲਾ ਪਮਣੀ। ਬੰਦੂਕਾਂ ਦੇ ਵਿੱਚ ਗੋਲੀਆਂ ਬਰੂਦ ਜਿਹੜਾ ਹੈ ਉਹ ਭਰਿਆ ਹੈ। ਕਰੀ ਤਿਆਰ ਸ਼ਤਰਨ ਮਦ ਸ਼ਮਣੀ। ਔਰ ਸ਼ਤਰੂਆਂ ਨੂੰ ਮਾਰਨ ਵਾਸਤੇ ਸਿੰਘਾਂ ਨੇ ਗੋਲੀਆਂ ਜਿਹੜੀਆਂ ਹਨ ਉਹ ਤਿਆਰ ਕੀਤੀਆਂ ਹਨ। ਸਤਿਗੁਰ ਖੱਚਰ ਤੀਰਨ ਕੇਰੀ। ਮਹਾਰਾਜਿਆਂ ਦੇ ਨਾਲ ਤੀਰਾਂ ਦਾ ਭਰਿਆ ਹੋਇਆ ਖੱਚਰ ਜਿਹੜਾ ਹੈ ਉਹਦੇ ਉੱਪਰ ਤੀਰ ਲੱਦੇ ਹੁੰਦੇ, ਗੁਰੂ ਸਾਹਿਬ ਜੀ ਦੇ ਨਾਲ ਨਾਲ ਚੱਲਦੇ ਹਨ। ਰੱਖੀ ਸੰਗ ਸੋ ਲਾਦ ਕਨੇਰੀ। ਔਰ ਇੱਕ ਨਹੀਂ ਘਨੇਰੇ ਤੀਰ ਜਿਹੜੇ ਹਨ ਖੱਚਰ ਤੇ ਲੱਦੇ ਹੋਏ, ਮਹਾਰਾਜਿਆਂ ਦੇ ਨਾਲ ਨਾਲ ਇਹ ਖੱਚਰ ਚੱਲਦੇ ਹਨ। ਉਦੇ ਸਿੰਘ ਆਲਮ ਸਿੰਘ ਵੀਰ। ਸਤਿਗੁਰਾਂ ਦੇ ਵੀਰ ਬਹਾਦਰ ਯੋਧੇ ਭਾਈ ਉਦੈ ਸਿੰਘ, ਭਾਈ ਆਲਮ ਸਿੰਘ ਜੀ, ਦਇਆ ਸਿੰਘ ਮੋਹਕਮ ਸਿੰਘ ਧੀਰ। ਸਤਿਗੁਰਾਂ ਦੇ ਪਿਆਰੇ ਪਿਆਰੇ ਭਾਈ ਦਇਆ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਮਹਾਨ ਧੀਰ ਜਵਾਨ। ਇਨਕੇ ਜੁਤ ਅਸਵਾਰ ਹਜ਼ਾਰ। ਔਰ ਇਹਨਾਂ ਦੀ ਕਮਾਨ ਦੇ ਨਾਲ ਹਜ਼ਾਰਾਂ ਹੀ ਜਿਹੜੇ ਘੋੜ ਸਵਾਰ ਸਨੱਧ-ਬੱਧ ਸੂਰਮੇ ਹਨ। ਕਰੇ ਅਜੀਤ ਸਿੰਘ ਕੇ ਲਾਰ। ਔਰ ਇਧਰੋਂ ਨਾਲ ਹੀ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਨਾਲ ਤਿਆਰ ਬਰ ਤਿਆਰ ਸੂਰਮੇ ਹਨ। ਸਾਹਿਬ ਚੰਦ ਮਹਾਬਲ ਜੋਧਾ। ਸਾਹਿਬ ਚੰਦ ਮਹਾਬਲੀ ਯੋਧਾ ਹੈ। ਰਿਪ ਮਾਰਨ ਕੋ ਬਰਦਸ ਕ੍ਰੋਧਾ। ਦੁਸ਼ਮਣ ਨੂੰ ਮਾਰਨ ਦਾ ਹਿਰਦੇ ਅੰਦਰ ਕ੍ਰੋਧ ਹੈ, ਬੜਾ ਭਾਰੀ ਜੋਸ਼ ਹੈ ਹਿਰਦੇ ਅੰਦਰ। ਤਿਸ ਕੇ ਸੰਗ ਹਜ਼ਾਰ ਕਰੇ ਹੈ। ਔਰ ਸਾਹਿਬ ਚੰਦ ਦੇ ਨਾਲ ਹਜ਼ਾਰ ਕੁ ਸੂਰਮੇ ਹਨ, ਤਿਆਰ ਬਰ ਤਿਆਰ ਸ਼ਸਤਰ ਧਾਰੀ ਫੌਜਾਂ ਉਹ ਵੀ ਤਿਆਰ ਹੋਈਆਂ ਹਨ। ਨਮਸਕਾਰਨੀ ਹਾਥ ਧਰੇ ਹੈ। ਇਹਨਾਂ ਦੇ ਹੱਥ ਵਿੱਚ ਬੰਦੂਕਾਂ ਫੜੀਆਂ ਹੋਈਆਂ ਹਨ। ਰਹੇ ਅਜੀਤ ਸਿੰਘ ਹਮ ਆਗੇ। ਔਰ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਕਹਿੰਦੇ ਵੀ ਅਸੀਂ ਸਭਨਾਂ ਦੇ ਅੱਗੇ ਚੱਲਾਂਗੇ। ਦੁਸ਼ਮਨ ਗੰਜਹਿ ਜੰਗ ਸੋ ਜਾਗੇ। ਔਰ ਦੁਸ਼ਮਣ ਨੂੰ ਜੰਗ ਦੇ ਦੁਆਰਾ ਇਹਨਾਂ ਦੇ ਸਿਰ ਗੰਜੇ ਕਰ ਦਿਆਂਗੇ। ਸਾਹਿਬ ਚੰਦ ਪਿਛਾਰੀ ਰਹੈ। ਮਹਾਰਾਜਿਆਂ ਨੇ ਬਿਉਂਤਬੰਦੀ ਐਸੀ ਬਣਾਈ ਹੈ ਕਿ ਸਾਹਿਬ ਚੰਦ ਆਪਣੀ ਫੌਜ ਲੈ ਕਰਕੇ ਪਿੱਛੇ ਰਹੇਗਾ, ਅਗਲੇ ਪਾਸੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਹੋਣਗੇ। ਫਤਿਹ ਦੁਸ਼ਟ ਜਬ ਆਵਤ ਲਹੈ। ਔਰ ਜਦੋਂ ਦੁਸ਼ਟ
ਨੇੜੇ ਆਉਂਦਾ ਹੈ ਫਿਰ ਦੁਸ਼ਟਾਂ ਨੂੰ ਮਾਰਨਾ ਹੈ। ਅਪਰ ਖਾਲਸਾ ਸੰਗ ਹਮਾਰੇ। ਬਾਕੀ ਜਿਹੜਾ ਖਾਲਸਾ ਹੈ ਫੌਜਾਂ ਸਤਿਗੁਰੂ ਜੀ ਕਹਿੰਦੇ ਉਹ ਸਾਡੇ ਨਾਲ ਰਹਿਣਗੀਆਂ। ਸਨੇ ਸਨੇ ਗਮਨਹਿ ਪਰਵਾਰੇ। ਸਨੇ ਸਨੇ ਸਾਰੀਆਂ ਫੌਜਾਂ ਇਕੱਠੀਆਂ ਹੋ ਕਰਕੇ ਨਾਲ ਨਾਲ ਚੱਲਣਗੀਆਂ। ਇਮ ਜਬ ਕੂਚ ਗੁਰੂ ਕੋ ਜਾਨਾ। ਇਸ ਤਰ੍ਹਾਂ ਜਦੋਂ ਰਣਜੀਤ ਨਗਾਰਾ ਵੱਜਿਆ ਹੈ, ਇਧਰੋਂ ਤੁਰਕਾਂ ਨੇ ਪਹਾੜੀਆਂ ਨੇ ਦੇਖਿਆ ਕਿ ਸਤਿਗੁਰੂ ਜੀ ਅੱਗੇ ਨੂੰ ਚੱਲੇ ਹਨ। ਚੌਦਿਸ਼ ਉਮੜੇ ਛਤਰ ਮਹਾਨਾ। ਔਰ ਇਹ ਸ਼ਤਰੂ ਚਾਰ ਛਪੇਰਿਓਂ ਮਹਾਰਾਜਿਆਂ ਨੂੰ ਘੇਰਾ ਪਾਉਣਾ ਚਾਹੁੰਦੇ ਹਨ। ਭੂਮ ਆਕਾਸ਼ ਏਕ ਹੋਏ ਗਇਓ। ਆਕਾਸ਼ ਦੇ ਵਿੱਚ ਧੂੜ ਉੱਡੀ ਹੈ, ਸਾਰੇ ਬੜੀ ਜ਼ੋਰ ਦੇ ਨਾਲ ਮਹਾਰਾਜਿਆਂ ਨੂੰ ਘੇਰਾ ਪਾ ਕਰਕੇ ਵੀ ਫੜ ਲਈਏ। ਕਾਲੀ ਘਟਾ ਮਾਨੋ ਛਾ ਗਈ ਹੋਵੇ, ਇੰਨੀ ਧੂੜ ਅਸਮਾਨ ਨੂੰ ਚੜੀ ਹੈ। ਅੰਧ ਧੁੰਦ ਇੱਕ ਸਮ ਤਬ ਭਇਓ। ਚਾਰ ਛਪੇਰੇ ਅੰਧ ਧੁੰਦ ਪਸਰ ਗਈ ਹੈ। ਉੱਡੀ ਧੂਲ ਸੂਰਜ ਤਬ ਛਾਇਓ। ਇੰਨੀ ਧੂੜ ਉੱਡੀ ਹੈ ਕਿ ਸੂਰਜ ਜਿਹੜਾ ਹੈ ਉਹ ਢਕਿਆ ਗਿਆ ਹੈ। ਉਮਟੇ ਚਲ ਕੇ ਜਲ ਨਿਤ ਧਾਇਓ। ਔਰ ਇਧਰਲੇ ਪਾਸੇ ਸਤਲੁਜ ਦੇ ਕਿਨਾਰੇ ਤੱਕ ਦੁਸ਼ਮਣ ਦੀਆਂ ਫੌਜਾਂ ਨੇ ਘੇਰਾ ਬਣਾਇਆ ਹੈ। ਧੁੰਦ ਬਟੋਲ ਪਟਹਿ ਸ਼ਰਨਾਈ। ਇਹਨਾਂ ਨੇ ਵੀ ਆਪਣੇ ਵੱਲੋਂ ਨਗਾਰੇ ਵਜਾਏ, ਸ਼ਹਿਨਾਈਆਂ ਵਜਾਈਆਂ ਹਨ। ਚੌਦਿਸ਼ ਬਾਜ ਪੁੱਠੇ ਸਮਦਾਈ। ਚਾਰ ਛਪੇਰਿਓਂ ਵੱਜਦੇ ਹੋਏ ਬਾਜਿਆਂ ਦੀਆਂ ਆਵਾਜ਼ਾਂ ਆ ਰਹੀਆਂ ਹਨ, ਸੂਰਮਿਆਂ ਦੇ ਹਿਰਦੇ ਅੰਦਰ ਜੋਸ਼ ਭਰਨ ਵਾਸਤੇ। ਇੱਕ ਹੀ ਬਾਰ ਧੜਾ ਭੜ ਹੋਈ। ਇੱਕੋ ਹੀ ਵਾਰ ਬੰਦੂਕਾਂ ਚੱਲੀਆਂ ਹਨ, ਖੜਾਕ ਹੋਇਆ ਹੈ। ਪੁਰਜੇ ਧਾਨ ਪਾਠ ਜਿਮ ਕੋਈ। ਔਰ ਜਿਵੇਂ ਕੋਈ ਭੱਠੀ ਦੇ ਵਿੱਚ ਦਾਣੇ ਭੁੰਨਦਾ ਹੋਵੇ, ਇਸ ਤਰ੍ਹਾਂ ਕਾੜ ਕਾੜ ਦੀ ਆਵਾਜ਼ ਆਉਂਦੀ ਹੈ। ਇੱਕ ਇੱਕ ਵਾਰ ਖਾਲਸੇ ਕੀਨ। ਸਿੰਘਾਂ ਨੇ ਇੱਕ ਇੱਕ ਵਾਰ ਸਾਰਿਆਂ ਨੇ ਕੀਤਾ ਹੈ। ਦੋਏ ਦੋਏ ਕਰੇ ਪ੍ਰਾਨ ਤੇ ਹੀਨ। ਇੱਕੋ ਹੀ ਵਾਰ ਦੇ ਨਾਲ ਦੋ ਦੋ ਤੁਰਕਾਂ ਨੂੰ ਮਾਰਿਆ ਹੈ, ਪ੍ਰਾਣ ਤੋਂ ਸਖਣੇ ਕਰ ਦਿੱਤੇ ਹਨ। ਲੱਗਹਿ ਦੁਗਾੜਾ ਫੋੜ ਸਰੀਰ। ਦੁਗਾੜਾ ਜਦੋਂ ਲੱਗਦਾ ਹੈ ਸਰੀਰ ਭੰਨ ਦਿੱਤੇ ਜਾਂਦੇ ਹਨ। ਦੜ ਦੜ ਪੜਹਿ ਧਰਾ ਪਰ ਵੀਰ। ਦੜਾ ਦੜ ਥੱਲੇ ਧਰਤੀ ਤੇ ਡਿੱਗਦੇ ਹਨ ਸੂਰਮੇ। ਤੋੜ ਮੋੜ ਕਲਾ ਪਰ ਜੜੈ। ਦੁਬਾਰਾ ਫੇਰ, ਕਿਉਂਕਿ ਤੋੜੇ ਵਾਲੀਆਂ ਬੰਦੂਕਾਂ ਹੁੰਦੀਆਂ ਉਸ ਵੇਲੇ, ਫੇਰ ਦੁਬਾਰਾ ਬਰੂਦ ਭਰ ਲੈਂਦੇ ਹਨ। ਡੰਬੇ ਪਲੀਤੇ ਤਬ ਛੁੱਟ ਪੜੈ। ਔਰ ਫੇਰ ਪਲੀਤੇ ਦਿਖਾਉਂਦੇ ਔਰ ਗੋਲੀ ਛੁੱਟਦੀ ਹੈ। ਕਾਲਿਓ ਘੇਰਾ ਤੁਰਕ ਪਹਾੜੀ। ਪਹਾੜੀਆਂ ਤੇ ਤੁਰਕਾਂ ਨੇ ਮਹਾਰਾਜਿਆਂ ਨੂੰ ਘੇਰਾ ਪਾਉਣਾ ਚਾਹਿਆ ਹੈ। ਵਾਮ ਦਾਹਿਨੇ ਅਗਰ ਪਿਛਾੜੀ। ਔਰ ਸੱਜੇ ਖੱਬੇ ਪਿੱਛੇ ਅਤੇ ਅਗਲੇ ਪਾਸਿਓਂ ਚਾਰ ਛਪੇਰਿਓਂ ਹੀ ਦੁਸ਼ਮਣ ਚਾਹੁੰਦਾ ਹੈ ਗੁਰੂ ਸਾਹਿਬ ਜੀ ਨੂੰ ਜਾਣ ਨਹੀਂ ਦੇਣਾ, ਕਿਉਂਕਿ ਮਸਾਂ ਤਾਂ ਆਨੰਦਪੁਰ ਸਾਹਿਬ ਦੇ ਵਿੱਚੋਂ ਅਸੀਂ ਬਾਹਰ ਲੈ ਕੇ ਆਂਦਾ ਹੈ। ਔਰ ਜੇ ਬਾਹਰੋਂ ਗੁਰੂ ਸਾਹਿਬ ਜੀ ਹੁਣ ਸਾਡੇ ਘੇਰੇ ਦੇ ਵਿੱਚੋਂ ਨਿਕਲ ਗਏ, ਫਿਰ ਇਹਨਾਂ ਨੇ ਸਾਡੇ ਹੱਥ ਨਹੀਂ ਆਉਣਾ। ਹੁਣ ਸਮਾਂ ਹੈ ਗੁਰੂ ਸਾਹਿਬ ਜੀ ਨੂੰ ਫੜ ਲੈਣਾ ਕਰੋ। ਸ੍ਰੀ ਅਜੀਤ ਸਿੰਘ ਸੰਦੇ ਬਾਨਾ। ਇਧਰੋਂ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਖਿੱਚ ਖਿੱਚ ਕੇ ਤੀਰ ਚਲਾਉਂਦੇ ਹਨ। ਅਤਹਿ ਰਿਪਨ ਤਨ ਕਰ ਕਰ ਤਨ। ਬੜੇ ਤਾਣ ਦੇ ਨਾਲ ਦੁਸ਼ਮਣ ਨੂੰ ਮਾਰਦੇ ਹਨ। ਉਦੇ ਸਿੰਘ ਤੇ ਆਦਿਕ ਸਿੰਘ। ਮਹਾਰਾਜਿਆਂ ਦੇ ਸੂਰਮੇ ਭਾਈ ਉਦੈ ਸਿੰਘ, ਭਾਈ ਆਲਮ ਸਿੰਘ ਜੀ। ਵਿਚਰੇ ਰਨ ਜਿਮ ਮ੍ਰਿਗ ਪਰ ਸਿੰਘ। ਜਿਵੇਂ ਮਿਰਗਾਂ ਦੀ ਡਾਰ ਤੇ ਸ਼ੇਰ ਪੈਂਦੇ ਹਨ, ਇਸ ਤਰ੍ਹਾਂ ਸੂਰਮੇ ਪਏ ਹਨ। ਆਕੇ ਲੜਤ ਭਇਓ ਕਰ ਜੋਰ। ਮੂਹਰੇ ਹੋ ਕਰਕੇ ਸੂਰਮੇ ਬੜੇ ਜ਼ੋਰ ਦੇ ਨਾਲ ਹੱਲਾ ਕੀਤਾ, ਕਿਉਂਕਿ ਘੇਰਾ ਸਿੰਘਾਂ ਨੇ ਪਾਉਣ ਨਹੀਂ ਦਿੱਤਾ ਇਹਨਾਂ ਤੁਰਕਾਂ ਨੂੰ ਔਰ ਪਹਾੜੀਆਂ ਨੂੰ। ਜਿਵੇਂ ਮਹਾਰਾਜ ਜੀ ਇਹਨਾਂ ਨੂੰ ਪਛਾੜਦਿਆਂ ਹੋਇਆਂ ਸਤਿਗੁਰੂ ਜੀ ਦੀਆਂ ਫੌਜਾਂ ਸਤਲੁਜ ਪਾਰ ਕਰ ਰਹੀਆਂ ਔਰ ਵਿਸ਼ਾਲੀ ਦੇ ਰਾਜੇ ਦੀ ਭਾਵਨਾ
वैशाली नगर विखे जाके महाराज जी पूरी करते और ये शर्मसार हो के पहाड़ीए और वजीर खां वापस मुड़ते हैं। अगले प्रसंगां दे विच पावन इतिहास आपां सरवण करांगे। सतगुरु जी रहमत करन। महान उत्तम जस हिरदे अंदर वसे ताकि लोक सुखी परलोक सुहेले। नानक हर प्रभ आपै मेले होइयां भुलां दी खिमा जी। वाहो वाहो गोबिंद सिंह वाहो वाहो गोबिंद सिंह वाहो वाहो गोबिंद सिंह वाहो वाहो गोबिंद सिंह। आपे गुर चेला आपे गुर चेला आपे गुर चेला आपे गुर चेला। वाहो वाहो गोबिंद सिंह वाहो वाहो गोबिंद सिंह वाहो वाहो गोबिंद सिंह वाहो वाहो गोबिंद सिंह। आपे गुर चेला आपे गुर चेला आपे गुर चेला आपे गुर चेला। सतनाम वाहेगुरु 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 सतनाम वाहेगुरु। हे अच्युत हे पार ब्रह्म अविनाशी अगनास हे पूरन हे सर्वमय दुख भंजन गुणतास। हे संगी हे निरंकार हे निर्गुण सब टेक हे गोविंद हे गुण निधान जाकै सदा विवेक। हे अपरंपर हर हरे है पी होवनहार हे संतां कै सदा संग धारा आधार। हे ठाकुर हऊँ दसरा निर्गुण गुण नहीं कोय नानक दीजै नामदार खोहिए परोय। आए प्रभु शरणागति कृपा निध दयाल एक अखर हर मन बसतै नानक होत निहाल। वाहिगुरु नाम जहाज है चढ़े सो उतरे पार जो शरदा कर सेवंदे पार उतारन हार। सगल द्वार कौ छाड़ कै गए तुहार द्वार वाहे गए की लाज अस गोबिंद दास तुहार। सगल द्वार कौ छाड़ कै गए तुहार द्वार वाहे गए की लाज अस गोबिंद दास तुहार। वाहिगुरु जी का खालसा वाहिगुरु जी की फतेह।